ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ। ਜਿਵੇਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਵੱਖੋ ਵੱਖਰੇ ਵਿਚਾਰਾਂ ਤੇ ਅਖਬਾਰ ਦੀਆਂ ਖਬਰਾਂ ਤੇ ਸਾਡੇ ਆਲੇ ਦੁਆਲੇ ਜੋ ਘਟ ਰਿਹਾ ਉਹਦੇ ਤੇ ਅਸੀਂ ਗੱਲਾਂ ਕਰਦੇ ਹਾਂ। ਤੇ ਉਹਨਾਂ ਗੱਲਾਂ ਦਾ ਕਰਨ ਲਈ ਸਾਡੇ ਕੋਲ ਹਾਜ਼ਰ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ। ਸਵਾਗਤ ਹੈ ਜੀ ਇਸ ਪ੍ਰੋਗਰਾਮ ਵਿੱਚ। ਬਹੁਤ ਧੰਨਵਾਦ ਜੀ। ਤੇ ਕੀ ਹੋ ਰਿਹਾ ਜੀ ਅੱਜ ਕੱਲ੍ਹ ਸਾਡੇ ਆਲੇ ਦੁਆਲੇ, ਇਹਦੀ ਆਪਾਂ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਦਰਸ਼ਕਾਂ ਨਾਲ ਗੱਲ ਕਰੀਏ ਕਿ ਸਾਡੇ ਮੁਲਕ ਦੇ ਸਾਡੇ ਹਾਲਾਤ, ਸਾਡੇ ਦੇਸ਼ ਦੇ, ਸਾਡੇ ਸਟੇਟ ਦੇ, ਪੰਜਾਬ ਦੇ ਵਿੱਚ ਜੋ ਕੁਝ ਘਟਨਾਵਾਂ ਹੋ ਰਹੀਆਂ ਉਹਨਾਂ ਦੀ ਆਪਾਂ ਪੜਚੋਲ ਕਰਨ ਤੋਂ ਪਹਿਲਾਂ ਅੱਜ ਦੀ ਸਭ ਤੋਂ ਵੱਡੀ ਗੱਲ ਨੂੰ ਜੇ ਦੇਖੀਏ ਤੇ ਸਾਡੇ ਕੇਂਦਰੀ ਮੰਤਰੀ ਸੀ ਪੰਜਾਬ ਤੋਂ ਬੀਬੀ ਹਰਸਿਮਰਤ ਕੌਰ ਜੀ ਬਾਦਲ, ਉਹਨਾਂ ਨੇ ਕੱਲ੍ਹ ਫਿਰ ਅਸਤੀਫਾ ਦੇ ਦਿੱਤਾ ਤੇ ਅੱਜ ਦੀਆਂ ਸਾਰੀਆਂ ਅਖਬਾਰਾਂ ਜਾਂ ਸੋਸ਼ਲ ਮੀਡੀਆ ਸਾਰਾ ਉਸ ਅਸਤੀਫੇ ਤੇ ਹੀ ਹੈ। ਇਹਦੇ ਮੂਲ ਰੂਪ ਵਿੱਚ ਸ਼ਾਇਦ ਇਹਦੇ ਪਿਛੋਕੜ ਦੇ ਵਿੱਚ ਉਹ ਖੇਤੀ ਆਰਡੀਨੈਂਸ ਨੇ। 3 ਬਿੱਲ ਸਰਕਾਰ ਨੇ ਪਾਸ ਕੀਤੇ ਨੇ ਜੀ। ਬਿਲਕੁਲ ਜੋ ਉਹਨਾਂ ਬਾਰੇ ਸਾਨੂੰ ਕੁਝ ਚਾਨਣਾ ਪਾਓ ਕਿ ਉਹ ਪਹਿਲਾਂ ਤੇ ਉਹ 3 ਬਿੱਲ ਸੀ ਕੀ, ਤੇ ਫਿਰ ਮੰਤਰੀ ਸਾਹਿਬ ਨੂੰ ਅਸਤੀਫਾ ਕਿਉਂ ਦੇਣਾ ਪਿਆ, ਤੇ ਅਸਤੀਫਾ ਕਿਸੇ ਇੱਕ ਮੰਤਰੀ ਦੀ ਗੱਲ ਹੈ, ਉਹਨੇ ਦਿੱਤਾ ਜਾਂ ਨਹੀਂ ਦਿੱਤਾ, ਉਹਨੂੰ ਦੇਣਾ ਪਿਆ ਜਾਂ ਨਹੀਂ। ਇਹਨਾਂ ਬਿੱਲਾਂ ਨਾਲ ਸਾਡੇ ਕਿਸਾਨਾਂ ਦਾ ਕੀ ਭਲਾ ਹੋ ਰਿਹਾ ਤੇ ਕੀ ਬੁਰਾ ਹੋ ਰਿਹਾ? ਦੇਖੋ, ਜਿਹੜੇ ਕੇਂਦਰ ਨੇ 3 ਆਰਡੀਨੈਂਸ ਜੂਨ ਮਹੀਨੇ 'ਚ ਲਿਆਂਦੇ ਸੀਗੇ ਖੇਤੀ ਨਾਲ ਸੰਬੰਧਿਤ। ਇੱਕ ਸੀ ਉਪਜ ਦੀ ਖਰੀਦ ਬਾਰੇ, ਦੂਜਾ ਸੀ ਮੰਡੀਕਰਨ ਬਾਰੇ, ਤੀਜਾ ਸੀਗਾ ਜ਼ਰੂਰੀ ਵਸਤਾਂ ਸੋਧ ਬਿੱਲ। ਇਹ ਤਿੰਨੇ ਆਰਡੀਨੈਂਸਾਂ ਨੂੰ 6 ਮਹੀਨੇ ਹੋ ਗਏ ਸੀ ਔਰ ਇਹਨਾਂ ਦੇ ਵਿੱਚੋਂ ਇੱਕ ਬਿੱਲ ਤਾਂ 2-3 ਦਿਨ ਪਹਿਲਾਂ ਪਾਸ ਕਰਤਾ ਸੀ, ਜ਼ਰੂਰੀ ਵਸਤਾਂ ਬਾਰੇ, ਜਿਹਦੇ ਵਿੱਚ ਉਹਨਾਂ ਨੇ ਜਿਹੜੀ ਜ਼ਰੂਰੀ ਵਸਤਾਂ ਜਿਵੇਂ ਕਿ ਦਾਲਾਂ ਹੋਈਆਂ, ਆਲੂ ਪਿਆਜ਼ ਹੋਏ, ਉਹ ਜ਼ਰੂਰੀ ਵਸਤਾਂ ਦੀ ਸੂਚੀ ਚੋਂ ਬਾਹਰ ਕੱਢ ਦਿੱਤਾ, ਜਿਨ੍ਹਾਂ ਨੂੰ ਅਸੀਂ ਐਸੈਂਸ਼ੀਅਲ ਕਮੋਡਿਟੀਜ਼ ਕਹਿੰਦੇ, ਜੀਵਨ ਲਈ ਜ਼ਰੂਰੀ ਚੀਜ਼ਾਂ ਨੇ। ਉਹਨਾਂ ਨੂੰ ਇਹ ਸੋਧ ਕੇ ਲਿਆ ਕੇ ਤੇ ਇਹ ਵਾਲੀ ਚੀਜ਼ਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ। ਉਹ ਜ਼ਰੂਰੀ, ਇਸ ਸਰਕਾਰ ਵਾਸਤੇ ਉਹ ਜ਼ਰੂਰੀ ਚੀਜ਼ਾਂ ਨਹੀਂ ਰਹੀਆਂ, ਜਦ ਕਿ ਆਮ ਬੰਦੇ ਲਈ ਉਹ ਬਹੁਤ ਜ਼ਰੂਰੀ ਆ। 2 ਜਿਹੜੇ ਹੋਰ ਬਿੱਲ ਸੀਗੇ, ਇਹਨਾਂ ਨੂੰ ਕਿੱਥੋਂ ਬਾਹਰ ਕੱਢਿਆ? ਇਹਨਾਂ ਵਸਤਾਂ, ਇਹਨਾਂ ਦੀ ਸੂਚੀ ਬਣੀ ਹੁੰਦੀ ਹੈ ਜਿਹੜੇ ਇਹਨਾਂ ਦੇ ਇੱਕ ਐਸੈਂਸ਼ੀਅਲ ਸੂਚੀ ਹੁੰਦੀ ਵੀ ਆਹ ਜਿਹੜੀ ਚੀਜ਼ ਇਹ ਬਹੁਤ ਜ਼ਰੂਰੀ ਆ ਆਮ ਆਦਮੀਆਂ ਲਈ, ਇਹਨਾਂ ਦੇ ਜਿਹੜੇ ਰੇਟ ਤੈਅ ਕਰਨੇ ਬਹੁਤ ਜ਼ਰੂਰੀ ਆ। ਉਹ ਚੀਜ਼ ਉਸ ਲਿਸਟ ਦੇ ਵਿੱਚੋਂ ਇਹਨੂੰ ਕੱਢਤਾ ਵੀ ਹੁਣ ਇਹਦੇ ਲਈ ਕੋਈ ਜ਼ਰੂਰੀ ਨਹੀਂ, ਕੋਈ ਜਿੰਨਾ ਮਰਜ਼ੀ ਭੰਡਾਰ ਕਰੀ ਜਾਵੇ। ਅੱਗੇ ਇੱਕ ਸੀਮਤ ਹੁੰਦੀ ਸੀ ਵੀ ਕੋਈ ਕਿਸੇ ਦੀ ਕੋਈ ਸਟੋਰ ਕਰਦਾ ਆ, ਕੋਈ ਭੰਡਾਰ ਕਰਦਾ, ਕੋਈ ਲਿਮਟ ਹੁੰਦੀ ਸੀ, ਸੀਮਾ ਹੁੰਦੀ ਸੀ। ਹੁਣ ਉਹ ਇਹਨਾਂ ਨੇ ਪੱਧਰਾ ਕਰਤਾ ਬਈ ਆ ਵੀ ਤੁਸੀਂ ਇਹ ਖੁੱਲ੍ਹ ਦੇਤੀ ਵੀ ਇਹ ਜ਼ਰੂਰੀ ਵਸਤਾਂ ਦੇ ਵਿੱਚ ਨਹੀਂ ਆਉਂਦੇ ਜੀ। ਅਗਲੇ ਜਿਹੜੇ 2 ਬਿੱਲ ਸੀਗੇ ਉਹਦੇ ਵਿੱਚ ਮੰਡੀਕਰਨ ਜਿਹੜਾ ਸੀ, ਜਿਹਦੇ ਵਿੱਚ ਆਪਣਾ ਪੰਜਾਬ ਔਰ ਹਰਿਆਣਾ ਦਾ ਬਹੁਤ ਮਜ਼ਬੂਤ ਮੰਡੀਕਰਨ ਹੈ, ਪਿਛਲੇ 50-60 ਸਾਲ ਤੋਂ ਚੱਲਣ ਡਿਆ ਔਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ। ਕਿਸਾਨਾਂ ਦੀ ਉਪਜ ਜਿਹੜੀ ਆ, ਪੈਦਾਵਾਰ ਆ, ਉਹ ਬਹੁਤ ਨੇੜੇ ਤੋਂ ਨੇੜੇ ਜਿਹੜੇ 6 ਪਿੰਡਾਂ ਨੂੰ ਰਲਾ ਕੇ ਇੱਕ ਮੰਡੀ ਬਣਾਈ ਹੋਈ ਆ ਤੇ ਉਹਦੇ ਵਿੱਚ ਜਾ ਕੇ 3-4 ਘੰਟਿਆਂ ਦੇ ਵਿੱਚ ਹੀ ਹਰ ਕਿਸਾਨ ਜ਼ਿਮੀਂਦਾਰ ਜਿਹੜਾ ਆਪਣਾ ਫਸਲ ਵੇਚ ਕੇ ਘਰ ਆ ਜਾਂਦਾ ਸੀ ਜੀ। ਉਹ ਮੰਡੀਕਰਨ ਤੋੜਨ ਬਾਰੇ ਸੀਗਾ ਵੀ ਇਹ ਬਹੁਤ ਮਹਿੰਗਾ ਪੈ ਰਿਹਾ। ਸ਼ਾਂਤਾ ਕੁਮਾਰ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਸੀਗੇ, ਉਸ ਵੇਲੇ ਮੰਤਰੀ ਸੀਗੇ 2014 ਦੇ ਵਿੱਚ, ਫੂਡ ਕੰਜ਼ਿਊਮਰ ਐਕਟ ਅਫੇਅਰਸ ਵਾਲਾ ਤੇ ਨਾਲ ਜਿਹੜੇ ਫੂਡ ਡਿਸਟਰੀਬਿਊਸ਼ਨ ਵਾਲੇ, ਉਹਨਾਂ ਦੇ ਆਧਾਰ 'ਤੇ ਕਮੇਟੀ ਜਿਹੜੀ ਬਣੀ ਸੀ। ਉਹਨਾਂ ਨੇ, ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਵੀ ਉਹਨਾਂ ਨੇ ਇਹ ਸਿਫਾਰਿਸ਼ ਕੀਤੀ ਸੀ ਵੀ ਜਿਹੜਾ ਮੰਡੀਕਰਨ ਆ ਔਰ ਜਿਹੜੀ ਖਰੀਦ ਸਰਕਾਰ ਲੈ ਰਹੀ ਆ ਸਿੱਧੀ ਤੌਰ 'ਤੇ, ਉਹ ਬਹੁਤ ਮਹਿੰਗਾ ਪੈ ਰਿਹਾ। ਹੋਵੇ ਨਾ ਵੀ ਸਰਕਾਰ ਚੋਂ ਨਿਕਲ ਜਾਵੇ ਤਾਂ ਵਪਾਰੀਆਂ ਨੂੰ ਸਿੱਧੀ ਖਰੀਦ ਦਾ ਜਿਹੜਾ ਇਹ ਰਸਤਾ ਖੁੱਲ੍ਹਾ ਕਰਦੀ ਹੈ। ਉਹ ਚੱਲਦਾ ਆ ਰਿਹਾ ਉਦੋਂ। ਹੁਣ ਇਹਨਾਂ ਨੇ ਆਰਡੀਨੈਂਸ ਲੈ ਕੇ ਆਉਣ ਤੋਂ 6 ਮਹੀਨੇ ਦਾ ਹੀ ਇਹ ਰੌਲਾ ਰੱਪਾ ਪੈ ਰਿਹਾ, ਕਾਫੀ ਚਿਰ ਦਾ। ਹੁਣ ਉਹਨਾਂ ਨੇ ਜਿਹੜਾ ਮਨ ਬਣਾਇਆ ਹੋਇਆ ਸੀਗਾ ਵੀ ਅਸੀਂ ਇਹ ਬਿੱਲ ਪਾਸ ਕਰਨਾ ਹੀ ਕਰਨਾ। ਅਕਾਲੀ ਦਲ ਜਿਹੜਾ ਉਹਨਾਂ ਦਾ, ਇਹ ਭਾਈਵਾਲ ਆ ਭਾਜਪਾ ਦਾ, 1998 'ਚ ਬਣਿਆ ਸੀ NDA, ਜਦੋਂ ਅਟਲ ਬਿਹਾਰੀ ਵਾਜਪੇਈ ਤੇ LK ਅਡਵਾਨੀ ਸੀ, ਜਿਨ੍ਹਾਂ ਦੇ ਕਨਵੀਨਰ ਸੀਗੇ ਜਾਰਜ ਫਰਨਾਂਡਿਸ। ਇਹ ਉਦੋਂ ਦਾ NDA ਬਣਿਆ ਔਰ ਉਦੋਂ ਤੋਂ ਹੀ ਭਾਈਵਾਲ ਚੱਲਿਆ ਆ ਰਿਹਾ ਅਕਾਲੀ ਦਲ, ਜਿਹਨੂੰ ਆਪਾਂ ਕਹਿ ਲਈਏ ਵੀ ਜਿਹੜੇ ਸਾਬਕਾ ਮੁੱਖ ਮੰਤਰੀ ਆਪਣੇ ਪ੍ਰਕਾਸ਼ ਸਿੰਘ ਬਾਦਲ, ਉਹ ਹਮੇਸ਼ਾ ਇਹ ਕਹਿੰਦੇ ਰਹੇ ਵੀ ਅਕਾਲੀ ਭਾਜਪਾ ਗੱਠਜੋੜ ਜਿਹੜਾ ਆ ਉਹ 9 ਮਾਸ ਦਾ ਰਿਸ਼ਤਾ ਆ ਜੀ। ਉਹ ਹੁਣ 9 ਮਾਸ ਦੇ ਰਿਸ਼ਤੇ ਦੇ ਵਿੱਚ ਕਿਤੇ ਲੱਗਦਾ ਵੀ ਦਰਾਰ ਪੈਣੀ ਦੀ ਸ਼ੁਰੂਆਤ ਹੋ ਗਈ ਆ। ਜਦੋਂ ਆਪਾਂ ਗੁਸਤਾਖੀ ਮਾਫ, ਆਪਾਂ ਇਹ ਤੀਜੇ ਬਿੱਲ ਨੂੰ ਵੀ ਗੱਲ ਕਰ ਲਈਏ ਕਿ ਤੀਜਾ ਬਿੱਲ ਕੀ ਹੈ? ਇੱਕ ਤਾਂ ਸੀਗਾ ਤੀਸਰਾ ਬਿੱਲ ਜਿਹੜਾ ਹੈਗਾ ਉਹ ਇੱਕ ਤਾਂ ਮੰਡੀਆਂ ਬਾਰੇ ਆ, ਤੇ ਇੱਕ ਤੀਜਾ ਜਿਹੜਾ ਇਹਨਾਂ ਦੇ ਵਿੱਚ ਆਉਣ ਵਾਲਾ ਆ ਉਹ MSP ਖਤਮ ਕਰਨ ਬਾਰੇ ਆ, ਜਿਹਦੇ ਵਿੱਚ ਵੀ ਉਹ ਜਿਹੜਾ ਸਰਕਾਰੀ ਇੱਕ ਨਿਰਧਾਰਿਤ ਮੁੱਲ ਤੈਅ ਕਰ ਦਿੰਦੀ ਸੀ ਫਸਲ ਬੀਜਣ ਦੇ ਨਾਲ ਹੀ। ਸਰਕਾਰ ਮੁੱਲ ਤੈਅ ਕਰਨ ਤੋਂ ਵੀ ਬਾਹਰ ਹੋ ਗਈ, ਉਹ ਮੁੱਲ ਤੈਅ ਕਰਨ ਤੋਂ ਬਾਹਰ ਹੋ ਗਈ। ਸਰਕਾਰ ਨੇ ਐਸੈਂਸ਼ੀਅਲ ਕਮੋਡਿਟੀਜ਼ ਚੋਂ ਵੀ ਇਹਨਾਂ ਨੂੰ ਬਾਹਰ ਕਰਤਾ, ਮੰਡੀਆਂ ਚੋਂ ਵੀ ਬਾਹਰ ਕਰਤਾ ਵੀ ਅਸੀਂ ਨਹੀਂ ਖਰੀਦਣੀ, ਸਰਕਾਰ ਨਹੀਂ ਕਰੂਗੀ। ਤੇ ਜਿਹੜੀ ਉਹਦੀ ਭੰਡਾਰਨ ਤੇ ਕੰਟਰੋਲ ਆ ਉਹ ਵੀ ਸਾਰਾ ਮੁਕਤ ਕਰਤਾ, ਸਾਰਾ ਉਹ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ ਵੀ ਤੁਹਾਡੇ ਲਈ ਖੋਲ੍ਹਿਆ ਜੀ, ਤੁਸੀਂ ਜਿੱਦਾਂ ਮਰਜ਼ੀ ਖੇਡੋ। ਕਿਸਾਨਾਂ ਦੇ ਭਲੇ ਲਈ ਜੇ ਆਪਾਂ ਕਹੀਏ ਤਾਂ ਕੋਈ ਵੀ ਸਰਕਾਰ ਸੰਜੀਦਾ ਤੌਰ 'ਤੇ ਅੱਜ ਤੱਕ ਨਹੀਂ ਦੇਖੀ ਵੀ ਕਿਸਾਨਾਂ ਦੇ ਭਲੇ ਲਈ ਕੋਈ ਗੱਲ ਕਰਦੀ ਹੋਵੇ। ਸ਼ੁਰੂਆਤ ਵਿੱਚ ਵੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਬਣੇ ਆ, ਉਹਨਾਂ ਨੇ ਵੀ ਇਹ ਨਾਅਰਾ ਤਾਂ ਦਿੱਤਾ ਸੀਗਾ ਵੀ ਮੈਂ 2020-22 ਤੱਕ ਜੀ ਕਿਸਾਨਾਂ ਦੀ ਆਮਦਨ ਜਿਹੜੀ ਦੁੱਗਣੀ ਕਰ ਦੇਵਾਂਗਾ। ਪਰ ਉਹ ਦੁੱਗਣੀ ਕਿਸ ਤਰੀਕੇ ਨਾਲ ਕਰ ਦੇਵਾਂਗਾ, ਉਹ ਤਰੀਕਾ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆਉਂਦਾ ਜਾ ਰਿਹਾ, ਜਿਹਦਾ ਸਾਬਤ ਜਿਹੜਾ ਸਬੂਤ ਆ ਪੂਰਾ ਇਹ ਆਪਣੇ ਆਰਡੀਨੈਂਸ ਜਿਹੜੇ ਹੁਣ ਬਿੱਲ ਬਣਾਤੇ ਗਏ ਆ, ਪਾਸ ਹੋ ਗਏ ਲੋਕ ਸਭਾ ਦੇ ਵਿੱਚ। ਇਹ ਤਿੰਨੇ ਹੀ ਜਿਹੜੇ ਬਿੱਲ ਆ ਇਹ ਕਿਸਾਨਾਂ ਲਈ ਬਹੁਤ ਮਾਰੂ ਆ।
ਕਿਸਾਨਾਂ ਨੂੰ ਇੱਕ ਆਪਣੀ ਹੀ ਜ਼ਮੀਨ ਦੇ ਵਿੱਚ ਮਜ਼ਦੂਰ ਬਣਾ ਕੇ ਰੱਖਣ ਵਾਲਾ ਆ। ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਵਿੱਚ ਆਪਣੇ ਤੌਰ ਤੇ ਕੁਝ ਵੀ ਬਣਾਉਣ ਲਈ, ਆਪਣੇ ਤੌਰ ਤੇ ਕੁਝ ਵੀ ਪੈਦਾ ਕਰਨ ਲਈ, ਉਹਨੂੰ ਪੈਦਾ ਕੀਤੀ ਚੀਜ਼ ਨੂੰ ਆਪਣੇ ਤੌਰ ਤੇ ਵੇਚਣ ਲਈ ਉਹਦੇ ਲਈ ਕੁਝ ਵੀ ਨਹੀਂ ਰਹਿ ਜਾਣਾ। ਸਾਰਾ ਕੁਝ ਹੀ ਕੰਟਰੋਲ ਉਸ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਚੱਲ ਜਾਣਾ। ਉਹ ਚਾਹੇ ਤਾਂ ਇਹਨਾਂ ਦੀ ਚੀਜ਼ 10 ਰੁਪਏ ਵਾਲੀ 5 ਰੁਪਏ 'ਚ ਖਰੀਦਣ, ਚਾਹੇ ਇਹਨਾਂ ਦੀ ਚੀਜ਼ 10 ਵਾਲੀ 11 'ਚ ਖਰੀਦਣ। ਕਿਉਂ ਜਿਹੜੀ MSP ਜੇ ਸੀਗੀ ਉਦੋਂ ਤਾਂ ਸਰਕਾਰ ਦਾ ਇੱਕ ਨਿਰਧਾਰਿਤ ਮੁੱਲ ਹੁੰਦਾ ਸੀ ਵੀ ਇਹਦੇ ਤੋਂ ਘੱਟ ਤੁਸੀਂ ਖਰੀਦ ਨਹੀਂ ਸਕਦੇ ਜੀ, ਵੱਧ ਜਿੰਨਾ ਮਰਜ਼ੀ ਦੇ ਦਿਓ, ਇਹ ਤੋਂ ਘੱਟ ਨਹੀਂ ਖਰੀਦ ਸਕਦੇ। ਉਹ ਇੱਕ ਪਤਾ ਹੁੰਦਾ ਸੀ ਵੀ ਕਿਸਾਨ ਨੂੰ ਵੀ ਮੇਰੀ ਜੇ ਹੁਣ ਆਹ ਉਪਜਿਆ ਇਹ ਇੰਨੇ 1960 ਰੁਪਏ ਦੀ ਜੇ ਕਣਕ ਦਾ ਮੁੱਲ ਆ ਤਾਂ ਇੰਨੇ ਜੇ ਵਿਕਣਾ ਆ, ਇਹ ਤੋਂ ਘੱਟ ਤਾਂ ਵਿਕਣ ਵਾਲਾ ਨਹੀਂ ਹੈਗਾ। ਇਹ ਤੋਂ ਵੱਧ ਭਾਵੇਂ ਜੇ 10-20 ਰੁਪਏ ਲੈ ਲੂਗਾ ਵੱਖਰੀ ਗੱਲ ਆ। ਪਰ ਜਦੋਂ ਹੁਣ ਉਹ ਵੀ ਤੋੜ ਦਿੱਤਾ ਤੇ ਹੁਣ ਜੇ ਦੂਜੇ ਪਾਸੇ ਵੀ ਦੇਖਿਆ ਜਾਵੇ ਤਾਂ ਜਦੋਂ ਆਮ ਜਿਹੜੇ ਮੁਲਾਜ਼ਮਾਂ ਦੀਆਂ ਤਨਖਾਹਾਂ ਆ ਉਹ ਪਿਛਲੇ 20 ਸਾਲ ਤੋਂ 250 ਗੁਣਾ ਵਧੀਆਂ, 250 ਤੋਂ 300 ਗੁਣਾ ਵਧੀਆਂ। ਮਹਿੰਗਾਈ ਵਧੀ ਗਈ, ਮੁਲਾਜ਼ਮਾਂ ਦੀਆਂ ਤਨਖਾਹਾਂ ਵਧਦੀਆਂ ਗਈਆਂ, ਉਸ ਤਰੀਕੇ ਨਾਲ ਇੰਡੈਕਸ ਜਿਹੜਾ ਵੱਧਦਾ ਗਿਆ। ਪਰ ਜੇ ਆਪਾਂ ਫਸਲਾਂ ਦੇ ਵੱਲ ਆਈਏ ਤਾਂ ਜਿਹੜੀ ਕਣਕ ਅੱਜ ਤੋਂ 20 ਸਾਲ ਪਹਿਲਾਂ 700-800 ਰੁਪਏ ਸੀਗੀ, ਉਹ ਸਿਰਫ ਤੇ ਸਿਰਫ ਹਜੇ ਤੱਕ 1960 ਤੱਕ ਪਹੁੰਚੀ ਆ। ਉਹਦੀ ਕੀਮਤ ਇਸੇ ਕਰਕੇ ਨਹੀਂ ਵਧਾਈ ਗਈ ਸੀ ਕਿ ਇਹ ਐਸੈਂਸ਼ੀਅਲ ਕਮੋਡਿਟੀ ਹੈ ਤੇ ਹਰ ਬੰਦੇ ਦੀ ਲੋੜ ਦੀ ਚੀਜ਼ ਹੈ। ਉਹ ਇਸੇ ਕਰਕੇ ਆਪਣੇ ਕੋਲ ਉਹਨਾਂ ਨੇ ਰੱਖਿਆ ਹੋਇਆ ਸੀ ਵੀ ਇਹ ਐਸੈਂਸ਼ੀਅਲ ਕਮੋਡਿਟੀ ਆ, ਹਰੇਕ ਦੀ ਪਹੁੰਚ ਦੇ ਵਿੱਚ ਹੋਵੇ। ਫਿਰ ਹੁਣ ਉਹਦੀ ਕੀਮਤ ਵਧੂਗੀ ਨਹੀਂ? ਹੁਣ ਨਹੀਂ, ਕੀਮਤ ਵਧੂਗੀ ਜਦੋਂ ਉਹਨਾਂ ਨੇ ਜਿਹੜੇ ਵਪਾਰੀਆਂ ਕੋਲ ਜਾਊਗੀ, ਫਿਰ ਵਧੂਗੀ। ਜਦੋਂ ਵਪਾਰੀ ਇਹਨਾਂ ਤੋਂ ਖਰੀਦ ਲੈਣਗੇ ਫਿਰ ਵਧੂਗੀ, ਫਿਰ ਉਹ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਜਿੱਦਾਂ ਮਰਜ਼ੀ ਵੇਚੇ। ਤੇ ਅਸਲ ਗੱਲ ਇਹ ਸੀਗੀ ਵੀ ਅਮਰੀਕਾ ਤੋਂ ਕਣਕ ਆਉਂਦੀ ਸੀ 97 ਤੋਂ ਪਹਿਲਾਂ ਉਹ ਕਣਕ ਆ ਕੇ ਉਹਨਾਂ ਦੀ ਮੰਡੀ ਇੱਥੇ ਬਹੁਤ ਵਧੀਆ ਸੀਗੀ। ਇੱਥੇ ਵਾਲੀ ਹਰੀ ਕ੍ਰਾਂਤੀ ਤੋਂ ਪਹਿਲਾਂ ਸਾਰਾ ਜਿਹੜਾ ਕਣਕ ਦਾ ਬਾਹਰਲੇ ਦੇਸ਼ਾਂ 'ਚੋਂ ਆਉਣ ਦਾ ਸੀ ਕੰਮ। ਜਦੋਂ ਹਰੀ ਕ੍ਰਾਂਤੀ ਆਈ ਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਉਦੋਂ ਇਸ ਕਣਕ ਦੀ ਇੰਨੀ ਬਹੁਤਾਤ ਹੋ ਗਈ, ਬਹੁਤ ਵੱਡੀ ਮਾਤਰਾ 'ਚ ਪੈਦਾਵਾਰ ਹੋ ਗਈ ਵੀ ਇਹਨਾਂ ਨੂੰ ਬਾਹਰੋਂ ਜੜੀ ਲਿਆਉਣ ਦੀ ਲੋੜ ਨਹੀਂ ਸਮਝੀ, ਲੋੜ ਪਈ ਵੀ ਨਹੀਂ। ਇਹੀ ਕਾਰਨ ਹੈ ਵੀ ਜਿਹੜੇ ਵਿਦੇਸ਼ੀ ਮੰਡੀਕਾਰ ਹੈ, ਜਿਹੜੇ ਵੱਡੇ ਆ ਘਰਾਣੇ ਆ, ਉਹਨਾਂ ਨੂੰ ਇਹ ਹੋ ਗਿਆ ਵੀ ਸਾਡੀ ਤਾਂ ਮੰਡੀ ਖੁੱਸ ਗਈ। ਕਿਤੇ ਨਾ ਕਿਤੇ ਤਾਂ ਉਹਨਾਂ ਦਾ ਵੀ ਇਹਦੇ ਵਿੱਚ ਹੱਥ ਹੋ ਸਕਦਾ ਵੀ ਸਾਡਾ ਜਿਹੜਾ ਮੰਡੀਕਰਨ ਸੀ ਇੱਥੇ, ਇੰਡੀਆ ਬਹੁਤ ਵੱਡੀ ਮੰਡੀ ਆ, ਚੀਨ ਤੋਂ ਬਾਅਦ ਇੰਡੀਆ ਬਹੁਤ ਵੱਡੀ ਮੰਡੀ ਆ, ਇੱਥੇ ਜਿਹੜੀ ਮਰਜ਼ੀ ਚੀਜ਼ ਲੈ ਕੇ ਵਿਕ ਜਾਂਦੀ ਸੀਗੀ। ਹੁਣ ਜਦੋਂ ਉਹਨਾਂ ਦਾ ਉਹ ਕੰਮ ਹੋ ਗਿਆ ਵੀ ਉੱਥੇ ਬੰਦ ਹੋ ਗਈ ਸੀਗੀ, ਹੁਣ ਜਦੋਂ ਆਹ ਖੁੱਲ੍ਹ ਦੇ ਰਹੇ ਆ ਤਾਂ ਹੋ ਸਕਦਾ ਉਹਨਾਂ ਦੀ ਜਿਹੜੀ ਆਪਣੀ ਫਸਲ ਵੇਚਣ ਲਈ ਵੀ ਰਾਹ ਪੱਧਰਾ ਹੋ ਜਾਵੇ, ਔਰ ਉਹ ਆ ਕੇ ਫਿਰ ਇੱਥੇ ਆਪਣਾ ਦਬਦਬਾ ਬਣਾਉਣ, ਆਪਣੀ ਫਸਲ ਆਪਣੇ ਤਰੀਕੇ ਨਾਲ ਖਰੀਦਣ, ਆਪਣੇ ਤਰੀਕੇ ਨਾਲ ਵੇਚਣ, ਆਪਦੀ ਫਸਲ ਮਹਿੰਗੀ ਵੇਚਣ, ਇੱਧਰੋਂ ਸਸਤੀ ਖਰੀਦਣ, ਤੇ ਇਹ 'ਚ ਨਪੀੜਿਆ ਤਾਂ ਜਾਣਾ ਜਿਹੜਾ ਉਹ ਕਿਸਾਨ ਹੀ ਆ। ਜੇ ਅਸੀਂ ਇੱਕ ਵਾਰ ਫਿਰ ਇਸੇ ਸਮੱਸਿਆ ਦੇ ਮੁੱਢ ਤੇ ਆਈਏ, ਵਜ੍ਹਾ ਕੀ ਹੈ? ਸਰਕਾਰ ਇੰਨੀ ਖਿਲਾਫ ਜਾਂ ਇੰਨੇ ਗਲਤ ਫੈਸਲੇ ਕਿਉਂ ਲੈ ਰਹੀ ਹੈ ਕਿਸਾਨਾਂ ਲਈ? ਜਦ ਕਿ ਅਸੀਂ ਜਦੋਂ ਭਾਰਤ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਛੋਟੇ ਹੁੰਦੇ ਤੋਂ ਇਹ ਪੜ੍ਹਦੇ ਹਾਂ, ਸੁਣਦੇ ਹਾਂ ਤੇ ਅਸੀਂ ਦੇਖਦੇ ਵੀ ਹਾਂ ਕਿ 80% ਜਿਹੜਾ ਭਾਰਤ ਆ ਉਹ ਆਬਾਦੀ ਸਾਡੀ ਆ ਉਹ ਖੇਤੀ ਨਾਲ ਜੁੜੀ ਹੋਈ ਹੈ। ਫਿਰ ਅਸੀਂ ਇੰਨੇ ਖੇਤੀ ਵਿਰੋਧੀ ਕਿਉਂ ਫੈਸਲੇ ਲੈ ਸਕਦੇ? ਦੇਖੋ, ਸਰਕਾਰਾਂ ਨੂੰ ਜੇ ਪੁੱਛਿਆ ਜਾਵੇ ਤਾਂ ਉਹਨਾਂ ਲਈ ਤਾਂ ਕੋਈ ਵੀ ਫੈਸਲਾ ਗਲਤ ਨਹੀਂ ਹੁੰਦਾ। ਇਹ ਤਾਂ ਜਿਨ੍ਹਾਂ ਦੇ ਬਾਰੇ ਲਿਆ ਜਾਂਦਾ ਆ, ਜਿਨ੍ਹਾਂ ਦੇ ਉੱਤੇ ਥੋਪਿਆ ਜਾਂਦਾ ਆ, ਉਹਨਾਂ ਲਈ ਹੀ ਗਲਤ ਸਾਬਤ ਹੁੰਦਾ ਔਰ ਹੁੰਦਾ ਵੀ ਆਇਆ ਆ। ਕਿਸਾਨ ਜਿਹੜੇ ਆ ਉਹ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਸਿਰਫ 2.5% ਜਿਹੜੇ ਕਿਸਾਨੀ ਆ ਉਹ ਪੂਰੇ ਦੇਸ਼ ਦੀ 80% ਆਬਾਦੀ ਦਾ ਢਿੱਡ ਭਰਦੀ ਆ। ਬਿਲਕੁਲ। ਤੇ ਜੇ ਪੰਜਾਬ ਅੱਜ ਅਨਾਜ ਪੈਦਾ ਕਰਨੋਂ ਬੰਦ ਕਰ ਦੇਵੇ, ਕਣਕ ਵੀ ਨਾ ਪੈਦਾ ਕਰੇ, ਚੌਲ ਵੀ ਨਾ ਪੈਦਾ ਕਰੇ, ਝੋਨਾ ਨਾ ਲਾਵੇ, ਤਾਂ ਇਹ ਅਨਾਜ ਜਿਹੜਾ ਇੰਡੀਆ ਦਾ ਜਿਹੜਾ 80% ਢਿੱਡ ਭਰਦਾ ਸੀਗਾ ਤੇ ਉਹ ਭੁੱਖਾ ਮਰੂ ਕਿ ਨਹੀਂ? ਅੱਜ ਦੇ ਦੌਰ ਵਿੱਚ, ਕਰੋਨਾ ਦੇ ਦੌਰ ਵਿੱਚ ਦੇਖਿਆ ਤਾਂ 6 ਮਹੀਨੇ ਲੋਕਡਾਊਨ ਰਿਹਾ ਜੀ। ਦੁਨੀਆ ਅਨਾਜ ਤੋਂ ਤਰਾਹ ਕਰ ਉੱਠੀ, ਮਜ਼ਦੂਰ ਭੁੱਖੇ ਮਰ ਗਏ, ਕਿਉਂਕਿ ਇਹਨਾਂ ਦੇ ਕੋਲ, ਚਲੋ ਸਰਕਾਰਾਂ ਕੋਲ ਤਾਂ ਅੰਕੜੇ ਹੈ ਨਹੀਂ ਜੋ ਉਹਨਾਂ ਨੇ ਸੰਸਦ 'ਚ ਕਿਹਾ ਵੀ ਸਾਨੂੰ ਨਹੀਂ ਪਤਾ, ਪਰ ਅਸਲੀਅਤ ਇਹ ਸੀਗੀ ਕਿ ਮਜ਼ਦੂਰ ਭੁੱਖੇ ਮਰ ਗਏ, ਕੰਮਾਂ ਕਾਰਾਂ ਤੋਂ ਬੇਜ਼ਾਰ ਹੋ ਗਏ। ਉਹਨਾਂ ਦਾ ਢਿੱਡ ਫਿਰ ਵੀ ਇਹੀ ਜ਼ਿਮੀਂਦਾਰ ਕਿਸਾਨ ਹੀ ਲੋਕਡਾਊਨ ਦੇ ਵਿੱਚ ਆਪਣਾ ਜਿਹੜਾ ਫਸਲ ਪੈਦਾ ਕਰਕੇ 6 ਮਹੀਨੇ ਦੇ ਵਿੱਚ ਫਸਲ, ਹੁਣ ਆ ਕਣਕ ਦੀ ਚੱਕੀ ਆ ਫਸਲ, ਇਹ ਕਣਕ ਉਹਨਾਂ ਦੇ ਦੇਖੋ 80% ਜਿਹੜੇ ਆਬਾਦੀ ਤੱਕ ਪਹੁੰਚੀ ਆ, ਉਹਨਾਂ ਦੇ ਕੋਲ ਰਾਸ਼ਨ ਗਿਆ ਆ, ਅਨਾਜ ਗਿਆ। ਜਿਹੜੀ ਸਰਕਾਰ ਰਾਸ਼ਨ ਵੰਡਦੀ ਆ ਉਹ ਕਿਸਾਨਾਂ ਤੋਂ ਹੀ ਲੈ ਕੇ ਵੰਡਦੀ ਆ। ਜੇ ਕਿਸਾਨ ਨਾ ਪੈਦਾ ਕਰਨ ਤਾਂ ਉਹ ਰਾਸ਼ਨ ਗਰੀਬਾਂ ਨੂੰ, ਜਾਂ ਪੰਜਾਬ ਸਰਕਾਰ ਜਿਹੜੀ ਗਰੀਬਾਂ ਨੂੰ ਰਾਸ਼ਨ ਸਸਤੇ ਭਾਅ ਦੇ ਰਹੀ ਆ, ਉਹ ਕਿੱਥੋਂ ਲਿਆ ਕੇ ਦੇਊਗੀ? ਜੇ ਉਹ ਦੂਜੇ ਸਟੇਟ ਤੋਂ ਖਰੀਦਦੀ ਆ ਤਾਂ ਕੀ ਉਹਨਾਂ ਨੂੰ ਇਹ ਪੁੱਗੂਗਾ? ਦੂਜੇ ਸਟੇਟ ਤੋਂ ਲਿਆ ਕੇ ਮਹਿੰਗੇ ਮੁੱਲ ਲੈ ਕੇ ਦੇਊਗੇ, ਰਾਸ਼ਨ ਗਾਂ ਫ੍ਰੀ ਵੰਡੂਗੇ, 2 ਰੁਪਏ ਕਿਲੋ ਜਾਂ 10 ਰੁਪਏ ਕਿਲੋ ਕੁਝ ਵੀ ਵੰਡੂਗੇ, ਉਹ ਪੁੱਗਦੀ ਹੋਊਗੀ। ਦੂਜੇ ਸਟੇਟ ਤੋਂ ਲਿਆ ਕੇ ਅਨਾਜ ਵੰਡਣ ਦੀ, ਤੇ ਸਰਕਾਰ ਇੱਥੇ ਇਹ ਤਰਕ ਵੀ ਦੇ ਰਹੀ ਆ ਕਿ ਅਸੀਂ ਜਿਹੜਾ ਆ ਇੱਕ ਦੇਸ਼ ਤੇ ਇੱਕ ਮੁੱਲ ਦੀ ਨੀਤੀ ਲੈ ਕੇ ਆਏ ਆ। ਇਹਦੇ ਤਹਿਤ ਹੀ ਉਹਨਾਂ ਨੇ ਵੱਡੀ ਗੱਲ ਇਹੀ ਕੀਤੀ ਹੈ ਇਸ ਆਰਡੀਨੈਂਸ ਦੇ ਵਿੱਚ ਕਿ ਹੁਣ ਕਿਸਾਨ ਆਪਣੀ ਫਸਲ ਨੂੰ ਪੂਰੇ ਹਿੰਦੁਸਤਾਨ 'ਚ ਕਿਤੇ ਵੀ ਵੇਚ ਸਕੂਗਾ। ਕੀ ਇਹ ਗੱਲ ਤਰਕ ਸੰਗਤ ਆ? ਇੱਕ ਛੋਟਾ ਕਿਸਾਨ ਆ ਜਿਹਦੇ ਕੋਲ ਨਾ ਤਾਂ ਟਰੈਕਟਰ ਟਰਾਲੀ ਆ, ਨਾ ਉਹਦੇ ਕੋਲ ਕੋਈ ਚੀਜ਼ ਫਸਲ ਲਿਜਾਣ ਲਈ ਸਾਧਨ ਆ, ਉਹ ਦੱਸੋ ਪਏ ਪੰਜਾਬ ਤੋਂ ਬਾਹਰ ਹਰਿਆਣੇ ਕਿਵੇਂ ਜਾ ਕੇ ਵੇਚੇਗਾ? ਉਹਦੇ ਲਈ ਤਾਂ ਪੰਜਾਬ 'ਚ ਵੇਚਣਾ ਵੀ ਔਖਾ ਆ। ਔਰ ਜਿਹੜੇ ਖੇਤੀ ਮੰਤਰੀ ਆ ਨਰਿੰਦਰ ਸਿੰਘ ਤੋਮਰ, ਮੈਂ ਉਹਨਾਂ ਦਾ ਬਿਆਨ ਉਹਦੇ ਵਿੱਚ ਸੁਣਿਆ ਲੋਕ ਸਭਾ ਦੇ ਵਿੱਚ, ਇੱਕ ਪਾਸੇ ਤਾਂ ਕਹਿ ਰਹੇ ਆ
ਪਰ ਜਿਹੜਾ MSP ਦਾ ਲਾਭ ਆ ਉਹ ਵੱਡੇ ਕਿਸਾਨਾਂ ਨੂੰ ਹੀ ਮਿਲਦਾ ਸੀ ਤੇ ਜਿਹੜੇ 80% ਕਿਸਾਨ ਆ ਉਹਨਾਂ ਦੀ ਜ਼ਮੀਨ 3-4 ਹੈਕਟੇਅਰ ਤੋਂ ਘੱਟ ਆ, ਉਹਨਾਂ ਨੂੰ MSP ਦਾ ਲਾਭ ਨਹੀਂ ਮਿਲਦਾ ਸੀ ਜੀ। ਇਹਦੇ ਉਲਟ ਨਾਲ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਘਬਰਾਓ ਨਾ, MSP ਕਿਤੇ ਨਹੀਂ ਜਾਂਦੀ। ਜੀ ਆਪੇ ਕਹਿ ਰਹੇ ਆ ਵੀ MSP ਦਾ ਲਾਭ ਛੋਟੇ ਕਿਸਾਨਾਂ ਨੂੰ ਨਹੀਂ ਮਿਲਦਾ, ਆਪੇ ਕਹਿ ਰਹੇ ਆ ਵੀ ਘਬਰਾਓ ਨਾ ਜੀ, MSP ਕਿਤੇ ਨਹੀਂ ਜਾਂਦੀ। ਤੇ ਇਟ ਮੀਨਸ ਤਾਂ ਉਹਨਾਂ ਨੇ ਤਾਂ ਮਨ ਬਣਾਇਆ ਸੀ ਨਾ ਵੀ MSP ਖਤਮ ਕਰਨੀ ਆ। ਤੇ ਜੇ ਜਿਹੜੇ ਬੰਦੇ ਕੋਲ ਕੋਈ ਸਾਧਨ ਹੈ ਨਹੀਂ, ਕੋਈ ਉਹਦੇ ਕੋਲ ਗੱਡਾ ਨਹੀਂ, ਸਮਝ ਲਓ ਟਰਾਲੀ ਨਹੀਂ, ਉਹ ਵਿਚਾਰਾ ਕਿਰਾਏ ਤੇ ਲੈ ਕੇ ਦੂਜੇ ਸਟੇਟ 'ਚ ਜਾ ਕੇ ਜੇ ਉਹਨੂੰ 2 ਰੁਪਏ ਵੱਧ 4 ਰੁਪਏ ਮਿਲ ਵੀ ਜਾਊਗਾ ਤਾਂ ਉਹਦੇ ਪੱਲੇ ਕੀ ਰਹੂਗਾ। ਸ਼ੇਰਗਿੱਲ ਸਾਹਿਬ, ਗੱਲ ਨੂੰ ਆਪਾਂ ਜਾਰੀ ਰੱਖਦੇ ਹਾਂ, ਮਿਲਦੇ ਹਾਂ ਇੱਕ ਵਾਰੀ ਇੱਕ ਬ੍ਰੇਕ ਤੋਂ ਬਾਅਦ। ਮਸਲਾ ਥੋੜਾ ਜਿਹਾ ਗੰਭੀਰ ਆ ਤੇ ਇਹਨੂੰ ਹੋਰ ਡੂੰਘਾਈ 'ਚ ਜਾਣਨ ਦੀ ਜ਼ਰੂਰਤ ਹੈ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਤੇ ਤੁਹਾਡਾ ਆਪਣਾ ਪੰਜਾਬੀ ਨੈਸ਼ਨਲ TV ਤੇ ਸਾਡੇ ਨਾਲ ਨੇ ਅਵਤਾਰ ਸਿੰਘ ਸ਼ੇਰਗਿੱਲ। ਅਸੀਂ ਗੱਲ ਕਰਦੇ ਸੀ ਇਹਨਾਂ ਆਰਡੀਨੈਂਸ ਦੇ 3 ਮੁੱਦਿਆਂ ਬਾਰੇ ਕਿ ਜਿਹੜੀ ਭੰਡਾਰਨ ਤੇ ਵਿਕਰੀ ਤੇ ਉਹਦੀ ਕੀਮਤ ਤੇ ਉਹਦੇ ਤੇ ਸਾਰੇ ਕੰਟਰੋਲ ਜਿਹੜੇ ਆ, ਤੇ ਸਰਕਾਰ ਕਹਿ ਰਹੀ ਆ ਕਿ ਤੁਸੀਂ ਸਾਰੇ ਦੇਸ਼ 'ਚ ਵੇਚ ਸਕਦੇ ਹੋ, ਤੇ ਅਜਿਹਾ ਕੁਝ ਹੋਣ ਦਾ ਸੰਭਵ ਲੱਗਦਾ ਨਹੀਂ ਹੈ ਸਹੀ ਗਰਾਊਂਡ ਰਿਐਲਿਟੀ ਜਿਹਨੂੰ ਆਪਾਂ ਕਹੀਏ ਤੇ ਉਹਦੇ ਤੇ ਕੋਈ ਤਕਨੀਕੀ ਗੱਲ ਸਾਡੇ ਸਾਹਮਣੇ ਨਹੀਂ ਆਉਂਦੀ। ਮੁਲਕ ਦੇ ਬਾਕੀ ਹਿੱਸਿਆਂ 'ਚ ਕਿਤੇ ਕੁਝ ਇਹੋ ਜਿਹਾ ਹੈ ਬਾਕੀ ਜਗ੍ਹਾ ਤੇ ਵੀ, ਇਹ ਸਿਰਫ ਪੰਜਾਬ ਤੇ ਹਰਿਆਣੇ ਨਾਲ ਹੀ ਸੰਬੰਧਿਤ ਹੈ? ਇਹਦੇ ਵਿੱਚ ਵੱਡੀ ਗੱਲ ਇਹ ਹੈ ਨਾ ਵੀ ਜਿਹੜਾ ਮੰਡੀਕਰਨ ਦਾ ਜਿਹੜਾ ਇੱਕ ਢਾਂਚਾ ਬਣਿਆ ਹੋਇਆ ਨਾ ਮਜ਼ਬੂਤ, ਉਹ ਸਿਰਫ ਤੇ ਸਿਰਫ ਪੰਜਾਬ ਅਤੇ ਹਰਿਆਣੇ 'ਚ ਹੀ ਆ। ਅੱਛਾ ਜੀ। ਇੱਕ ਤਰਕ ਦਿੱਤੀ ਲੋਕ ਸਭਾ ਦੇ ਵਿੱਚ ਇੱਕ MP ਨੇ ਜੀ, ਉਹਨੇ ਕਿਹਾ ਵੀ ਤੁਸੀਂ ਬਿਹਾਰ ਦੇਖ ਲਓ ਵੀ ਉੱਥੇ ਮੰਡੀਕਰਨ ਦਾ ਕੋਈ ਢਾਂਚਾ ਹੈ ਨਹੀਂ ਜੀ, ਤੇ ਉੱਥੋਂ ਦੇ ਕਿਸਾਨ ਦੀ ਤੁਲਨਾ ਪੰਜਾਬ ਦੇ ਕਿਸਾਨ ਨਾਲ ਕਰਕੇ ਦੇਖੋ। ਮੈਂ ਤੁਹਾਡੀ ਗੱਲ ਟੋਕਣੀ ਚਾਹੁੰਦਾ, ਅਸੀਂ ਪੰਜਾਬ 'ਚ ਸਾਡੇ ਕੋਲ ਪ੍ਰਵਾਸੀ ਮਜ਼ਦੂਰ ਬਹੁਤ ਆਉਂਦੇ, ਅਸੀਂ ਜਦੋਂ ਉਹਨਾਂ ਨੂੰ ਪੁੱਛਦੇ ਹਾਂ ਤੇ ਉਹ ਦੱਸਦੇ ਨੇ ਕਿ ਜ਼ਮੀਨਾਂ ਉਹਨਾਂ ਕੋਲ ਵੀ ਹੈਗੀਆਂ ਪਰ ਉੱਥੇ ਖੇਤੀ ਨਹੀਂ ਕਰ ਰਹੇ। ਉਹੀ ਉਹਨਾਂ ਨੇ ਤਰਕ ਬਹੁਤ ਅੱਛੀ ਦਿੱਤੀ ਹੈ। ਉਹਦੇ ਵਿੱਚ ਦੂਜੇ ਅਧੀਰ ਰੰਜਨ ਚੌਧਰੀ ਆ ਬੰਗਾਲ ਤੋਂ ਜਿਹੜੇ MP ਕਾਂਗਰਸ ਦੇ, ਉਹਨਾਂ ਨੇ ਦਿੱਤੀ, ਤੇ ਇੱਕ ਰਵਨੀਤ ਬਿੱਟੂ ਆਪਣੇ ਜਿਹੜੇ ਕਾਂਗਰਸ ਦੇ, ਉਹਨਾਂ ਨੇ ਵੀ ਬੜੀ ਵਧੀਆ ਕੱਲ ਦਲੀਲਾਂ ਬਹਿਸ 5.5-6 ਘੰਟੇ ਚੱਲੀ ਹੈ, ਜਿਹਦੇ ਵਿੱਚ ਦਲੀਲਾਂ ਬਹੁਤ ਅੱਛੀਆਂ ਕੀਤੀਆਂ। ਉਹਨਾਂ ਨੇ ਇਹ ਕਿਹਾ ਵੀ ਤੁਸੀਂ ਬਿਹਾਰ ਦੇ ਵਿੱਚ ਮੰਡੀਕਰਨ ਹੈ ਨਹੀਂ, ਪੰਜਾਬ 'ਚ ਮੰਡੀਕਰਨ ਹੈਗਾ, ਤੇ ਦੋਨਾਂ ਕਿਸਾਨਾਂ ਦੀ ਤੁਲਨਾ ਦੇਖੋ ਵੀ ਅੱਜ ਉਹ ਕਿਸਾਨ ਕਿੱਥੇ ਤੇ ਪੰਜਾਬ ਦਾ ਕਿਸਾਨ ਕਿੱਥੇ ਆ ਜੀ। ਇਹ ਮੰਡੀਕਰਨ ਦਾ ਲਾਹਾ ਹੀ ਲੈ ਕੇ, ਮੰਡੀਕਰਨ ਦਾ ਲਾਭ ਲੈ ਕੇ ਹੀ ਜਿਹੜਾ ਕਿਸਾਨਾਂ ਨੂੰ ਮਿਲਿਆ, ਸ਼ੁਰੂ ਤੋਂ ਹੀ ਕਿਸਾਨਾਂ ਪੱਖੀ ਜਿਹੜੀ ਪੰਜਾਬ ਸਰਕਾਰ ਰਹੀ ਹੈ, ਇਸ ਕਰਕੇ ਹੀ ਕਿਸਾਨ ਅੱਜ ਤੱਕ ਇੱਥੋਂ ਤੱਕ ਪਹੁੰਚ ਸਕਿਆ। ਜਿਹਦੇ ਬੱਚੇ 2 ਗੱਲਾਂ ਉਹਦੇ ਵਿੱਚ ਚੱਲੀਆਂ ਲੋਕ ਸਭਾ ਦੇ ਵਿੱਚ, ਜੈ ਜਵਾਨ ਤੇ ਜੈ ਕਿਸਾਨ, ਜਿਹਦੇ ਵਿੱਚ ਜਿਹੜੀ ਤਕਰੀਰ ਬਹੁਤ ਅੱਛੀ ਵੀ ਲੱਗੀ ਆ ਉਹ ਇਹ ਆ ਵੀ ਜੇ ਕਿਸਾਨ ਇੱਥੇ ਤੁਹਾਡਾ ਢਿੱਡ ਭਰਦਾ ਆ ਤਾਂ ਉਹ ਉਸੇ ਕਿਸਾਨ ਦੇ ਬੱਚੇ ਜਿਹੜੇ ਸਰਹੱਦ ਤੇ ਤੁਹਾਡੇ ਦੇਸ਼ ਦੀ ਰਾਖੀ ਕਰ ਰਹੇ ਆ ਜੀ। ਬਿਲਕੁਲ। ਤੇ ਜੇ ਇਹ ਦੋਨਾਂ ਨੂੰ ਦੇਖਿਆ ਜਾਵੇ, ਜੈ ਕਿਸਾਨ ਔਰ ਜੈ ਜਵਾਨ ਦੋਨੇ ਨਾਲ ਮਿਲਦੇ ਆ, ਇਹ ਦੋਨੇ ਸ਼ਬਦ ਪੂਰੇ ਇੱਕ ਦੂਜੇ ਦੇ ਪੂਰਕ ਆ ਵੀ ਜੇ ਉੱਥੇ ਜਵਾਨ ਨਾ ਹੋਵੇ ਤਾਂ ਜੇ ਦੇਸ਼ ਕਿਸਾਨ ਨਾ ਹੋਵੇ ਤਾਂ ਕੀ ਹਾਲਤ ਹੋਵੇਗੀ ਦੇਸ਼ ਦੀ ਜੀ। ਇਹ ਕਿਆਸ ਆਪਾਂ ਲਾ ਸਕਦੇ ਹਾਂ। ਬਹੁਤ ਵਧੀਆ ਦਲੀਲਾਂ ਆਪਣੇ ਜਸਵੀਰ ਸਿੰਘ ਡਿੰਪਾ ਆ ਖਡੂਰ ਸਾਹਿਬ ਤੋਂ ਜਿਹੜੇ MP ਆ, ਉਹਨਾਂ ਨੇ ਵੀ ਬਹੁਤ ਵਧੀਆ ਦਲੀਲ ਦਿੱਤੀ ਵੀ ਜ਼ਮੀਨ ਜਿਹੜੀ ਆ ਇਹ ਕਿਸਾਨ ਦੀ ਮਾਂ ਹੁੰਦੀ ਆ ਜੀ, ਤੇ ਜੇ ਉਸ ਮਾਂ ਨੂੰ ਹੀ ਉਹਦੇ ਹੱਥੋਂ ਉਹਨੂੰ ਆਵਾਜ਼ਾਰ ਬਣਾ ਰਹੇ ਆ, ਉਹਦਾ ਹੀ ਉਹਨੂੰ ਇੱਕ ਮਜ਼ਦੂਰ ਬਣਾ ਕੇ ਛੱਡ ਦੂੰਗੇ ਤਾਂ ਕਿਸਾਨ ਤਾਂ ਖੁਦਕੁਸ਼ੀਆਂ ਪਹਿਲਾਂ ਹੀ ਬਹੁਤ ਕਰ ਰਿਹਾ ਜੀ। ਉਸ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ, ਜਦੋਂ ਉਹਦੇ ਪੱਲੇ ਕੱਖ ਨਾ ਰਿਹਾ ਤਾਂ ਉਸ ਕਿਸਾਨ ਦੀ ਕੀ ਦੁਰਦਸ਼ਾ ਹੋਊਗੀ। ਇਹੀ ਕਾਰਨ ਆ, ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਵੀ ਅੱਜ ਦਾ ਕਿਸਾਨ ਜਿਹੜਾ ਆ ਆਪਣੀ ਮਾਂ, ਆਪਣੀ ਜ਼ਮੀਨ ਨੂੰ ਵੇਚ ਕੇ ਆਪਣੇ ਦੁੱਧ ਵਾਂਗੂ ਪਾਲੇ ਜਿਹੜੇ ਪੁੱਤ ਧੀ ਆ ਉਹ ਇਸ ਵੇਲੇ ਵਿਦੇਸ਼ਾਂ ਨੂੰ ਭੇਜ ਰਿਹਾ ਜੀ, ਕਿਉਂਕਿ ਉਹਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੈਨੂੰ ਹੀ ਨਹੀਂ ਕੁਝ ਮਿਲ ਰਿਹਾ ਤਾਂ ਇਹ ਜ਼ਮੀਨ ਤੋਂ ਕੀ ਖਾਣਗੇ। ਇਹ ਕੁੱਲ ਮਿਲਾ ਕੇ ਸਾਰਾ ਕੁਝ ਜਿਹੜਾ ਕਿਸਾਨ ਵਿਰੋਧੀ, ਇਹ 3 ਬਿੱਲ ਤਾਂ ਹੈਗੇ ਹੀ ਆ ਕਿਸਾਨ ਵਿਰੋਧੀ, ਪਰ ਸਰਕਾਰਾਂ ਵੀ ਸੰਜੀਦਾ ਨਹੀਂ ਹੋਈਆਂ ਕਦੇ ਵੀ ਵੀ ਜਿਹੜਾ ਸਾਡਾ ਕਿਸਾਨ ਹੈ ਜੇ ਅੱਜ ਇਹ ਪੈਦਾਵਾਰ ਫਸਲਾਂ ਬੀਜਣੋਂ ਛੱਡ ਦਊਗਾ ਤਾਂ ਸਾਡੇ ਦੇਸ਼ ਦਾ ਕੀ ਬਣੂਗਾ। ਤੁਹਾਡੇ ਕਹਿਣ ਤੋਂ ਜੋ ਹੁਣ ਤੱਕ ਆਪਾਂ ਗੱਲਾਂ ਕੀਤੀਆਂ ਕਿ ਸਰਕਾਰਾਂ ਦੇ ਸੰਜੀਦਾ ਜਾਂ ਸਰਕਾਰਾਂ ਦੇ ਕਿਸਾਨ ਵਿਰੋਧੀ ਹੋਣ ਦੀ ਵਜ੍ਹਾ ਸਿਰਫ ਕਾਰਪੋਰੇਟ ਘਰਾਣੇ ਨੇ। ਬਿਲਕੁਲ, ਉਹ ਹਮੇਸ਼ਾ ਉਹਨਾਂ ਦਾ ਨਿਗਾਹ ਜਿਹੜੀ ਆ, ਠੀਕ ਹੈ ਸੂਬਾ ਸਰਕਾਰਾਂ ਜਿਹੜੀਆਂ ਉਹ ਜਿਵੇਂ ਹੁਣ ਦੇਖਿਆ ਜਾਵੇ ਤਾਂ ਅਕਾਲੀ ਦਲ ਕਿਸਾਨ ਚੋਂ ਹੀ ਉਪਜਿਆ ਆ, ਉਹਨਾਂ ਦਾ ਜਿਹੜਾ ਵੀ ਹਰੇਕ ਮੈਂਬਰ ਉਹਨਾਂ ਦਾ ਕਿਸਾਨ ਹੋਊਗਾ, ਪੱਕੀ ਗੱਲ ਆ। ਉਹ ਤਾਂ ਸੋਚੂਗਾ ਵੀ ਹਾਂ ਮੈਂ ਕਿਸਾਨ ਹੈ ਤਾਂ ਮੈਂ ਕਿਸਾਨ ਦੀ ਵੀ ਗੱਲ ਕਰੂੰਗਾ। ਇੱਕ ਪਾਰਟੀ ਦੀ ਗੱਲ ਅਸੀਂ ਨਾ ਵੀ ਕਰੀਏ ਤੇ ਜੇ ਕਾਂਗਰਸ ਦਾ ਵੀ ਦੇਖੀਏ ਤਾਂ ਉਹਦੇ ਵਿੱਚ ਵੀ ਜਿਹੜੇ ਪੰਜਾਬ ਦੇ ਜਿੰਨੇ ਲੀਡਰ ਆ ਸਾਰੇ ਕਿਸਾਨ ਆਉਂਦੇ ਆ। ਮੈਂ ਉਹੀ ਗੱਲ ਕਹਿ ਰਿਹਾ ਸੀ ਕਿ ਸਾਡੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਆਉਂਦੇ ਆ, ਕਿਉਂਕਿ ਅਸੀਂ ਸਾਡਾ ਸਮਾਜ ਤੇ ਉਹ ਜੜ੍ਹਾਂ ਨਾਲ ਜੁੜੇ ਹੋਇਆ ਇੱਥੇ, ਉਹਨਾਂ ਨੂੰ ਪਤਾ ਆ।
ਤੇ ਜਿਹੜੀ ਸੈਂਟਰ ਦੇ ਜਾ ਕੇ ਕਾਬਜ਼ ਹੁੰਦੀ ਆ ਉਹ ਨਾ ਦੀ ਨਿਗਾਹ ਪਤਾ ਨਹੀਂ ਪਹਿਲਾਂ ਤਾਂ ਕਿਸਾਨ ਪੱਖੀ ਹੁੰਦੀ ਆ, ਬਾਅਦ 'ਚ ਜਦੋਂ ਸੱਤਾ ਹਾਸਲ ਕਰਨ ਤੋਂ ਬਾਅਦ ਉਹ ਕਾਰਪੋਰੇਟ ਵੱਲ ਕਿਉਂ ਹੋ ਜਾਂਦੀ ਆ ਜਾਂ ਉਹਨਾਂ ਦੀ ਚਕਾਚੌਂਧ ਦੇ ਵਿੱਚ ਭਰਮਾ ਜਾਂਦੇ ਆ। ਇਹ ਬਹੁਤ ਹੀ ਦੁਖਦਾਈ ਪਹਿਲੂ ਆ ਇਸ ਦੇਸ਼ ਦਾ ਜੀ। ਪਿਛਲੀਆਂ ਕੁਝ 2-3 ਟਰਮਾਂ ਦੀਆਂ ਜਦੋਂ ਇਲੈਕਸ਼ਨਸ ਹੋਈਆਂ ਤੇ ਇਲੈਕਸ਼ਨ ਕਮਿਸ਼ਨ ਨੇ ਵੀ ਇਸ ਗੱਲ ਨੂੰ ਬਹੁਤ ਜ਼ੋਰ ਦੇ ਕੇ ਕਿਹਾ ਸੀ ਕਿ ਜਿਹੜੀਆਂ ਮਹਿੰਗੀਆਂ ਚੋਣਾਂ ਨੇ ਸਾਡੀਆਂ, ਜਿਹੜੀਆਂ ਮਹਿੰਗੀਆਂ ਚੋਣਾਂ ਨੇ ਉਹ ਵੀ ਕਾਰਪੋਰੇਟ ਘਰਾਣਿਆਂ ਤੋਂ ਲਏ ਫੰਡ ਵੀ ਸਾਡੀਆਂ ਫਿਰ ਰਾਜਨੀਤਿਕ ਪਾਰਟੀਆਂ ਚਲਾਉਂਦੇ ਉਹ ਸਿਆਸੀ ਪਾਰਟੀਆਂ ਫਿਰ ਮਜਬੂਰ ਹੋ ਜਾਂਦੀਆਂ ਉਹਨਾਂ ਪ੍ਰਤੀ। ਜੇ ਉਹਨਾਂ ਨੇ ਸਾਰਾ ਫੰਡ ਮੁਹੱਈਆ ਕੀਤਾ ਹੁੰਦਾ, ਚੋਣਾਂ ਤੇ ਲਾਇਆ ਹੁੰਦਾ, ਇਹਨਾਂ ਦੇ ਪਾਰਟੀਆਂ ਦੇ ਪ੍ਰਚਾਰ ਤੇ ਲਾਇਆ ਹੁੰਦਾ, ਤਾਂ ਫਿਰ ਪਾਰਟੀਆਂ ਨੇ ਆਪੇ ਮਜਬੂਰ ਹੋਣਾ ਹੈ, ਉਹਨਾਂ ਦੇ ਆਪਣੇ ਤੌਰ ਤੇ ਚਲਾਉਣਾ ਹੀ ਆ। ਇਵੇਂ WTO ਦਾ ਮੈਂਬਰ ਹੋਣ ਕਰਕੇ ਹੀ ਮੈਂ ਪਹਿਲਾਂ ਗੱਲ ਕੀਤੀ ਵੀ ਅਮਰੀਕਾ ਦੀ ਜਿਹੜੀ ਕਣਕ ਆਉਂਦੀ ਸੀ ਉਹ ਬੰਦ ਹੋ ਗਈ ਸੀ ਹਰੀ ਕ੍ਰਾਂਤੀ ਕਰਕੇ। ਹੁਣ ਭਾਰਤ WTO ਦਾ ਮੈਂਬਰ ਹੈ, ਕਿਤੇ ਇਹ ਆਰਡੀਨੈਂਸ ਜਿੱਥੋਂ ਤੱਕ ਮੈਨੂੰ ਲੱਗਦਾ ਉਸ WTO ਦੇ ਵਿੱਚ ਆਪਾਂ ਹਸਤਾਖਰੀ ਆ ਜਿਹੜੇ ਉਹਨਾਂ ਦੇ ਟ੍ਰੇਡ ਵਪਾਰ ਦੇ ਵਿੱਚ, ਤੇ ਉਸ ਨੂੰ ਲੈ ਕੇ ਉਸੇ ਕੜੀ ਦਾ ਹਿੱਸਾ ਤਾਂ ਨਹੀਂ ਕਿਤੇ ਵੀ ਹਾਂ ਵੀ ਵਿਦੇਸ਼ਾਂ ਤੋਂ ਵੀ ਆ ਕੇ ਆਪਣੇ ਜੋ ਫਸਲ ਵਗੈਰਾ ਵੇਚੋ ਇੱਥੇ। ਜੀ ਆਉਣ ਵਾਲੇ ਸਮੇਂ 'ਚ ਇਹਦੇ ਤੇ ਵੀ ਵਿਚਾਰ ਜ਼ਰੂਰ ਹੋਵੇਗੀ ਕਿਉਂਕਿ ਕੁਝ ਦਿਨਾਂ 'ਚ ਖੁਲਾਸੇ ਹੋਰ ਵੀ ਹੋਣਗੇ। ਨਵੀਂ ਹੁਣ ਪਰਤਾਂ ਆਪਾਂ ਖੁੱਲਣਗੀਆਂ। ਗੱਲ ਕਰੀਏ ਕਿ ਜਿਹੜਾ ਇਹ ਅਸਤੀਫਾ ਆ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਆ? ਦੇਖੋ ਜੀ, NDA ਦੇ ਵਿੱਚ ਇਸ ਵੇਲੇ ਜਿਹੜੀ ਸਭ ਤੋਂ ਲਾਰਜੈਸਟ ਪਾਰਟੀ BJP ਆ ਜੀ, 1998 ਦੇ ਵਿੱਚ ਬਣਿਆ ਸੀ ਜਦੋਂ ਮੈਂ ਪਹਿਲਾਂ ਗੱਲ ਕੀਤੀ ਅਟਲ ਬਿਹਾਰੀ ਵਾਜਪੇਈ, ਜਾਰਜ ਫਰਨਾਂਡਿਸ, ਉਦੋਂ ਵੀ ਜਦੋਂ AIADMK ਜੈਲਲਤਾ ਦੀ ਹੁੰਦੀ ਸੀ ਉਦੋਂ ਵੀ ਸੀਗੀ, ਪਰ ਉਹ ਸ਼ੁਰੂਆਤ ਵਿੱਚ ਹੀ ਸਮਰਥਨ ਵਾਪਸ ਲੈਣ ਕਰਕੇ 13 ਦਿਨਾਂ ਬਾਅਦ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਡਿੱਗ ਗਈ ਸੀ। ਉਸ ਤੋਂ ਬਾਅਦ ਇਹਨਾਂ ਨੇ ਚੋਣਾਂ ਦਾ ਐਲਾਨ ਕੀਤਾ ਔਰ ਉਹ ਮੈਜੋਰਟੀ ਦੇ ਵਿੱਚ NDA ਜਿਹੜਾ ਸਰਕਾਰ ਬਣ ਗਈ ਔਰ ਪੂਰਾ ਸਮਾਂ ਚੱਲੀ ਜੀ। ਉਹਨਾਂ ਨੇ 5 ਸਾਲ ਚਲਾਇਆ ਅਟਲ ਬਿਹਾਰੀ ਵਾਜਪੇਈ ਨੇ। ਉਹ AIADMK ਉਦੋਂ ਤੱਕ ਟੁੱਟੀ ਹੋਈ ਸੀ, ਹੁਣ ਜਦੋਂ ਜੈਲਲਤਾ ਦੇ ਮਰਨ ਤੋਂ ਬਾਅਦ ਜਿਹੜਾ ਉੱਥੇ ਮੁੱਖ ਮੰਤਰੀ ਬਣਿਆ ਉਹ ਫਿਰ ਆ ਗਈ ਇੱਧਰ। ਮੇਰੇ ਕਹਿਣ ਤੋਂ ਭਾਵ ਇਹ ਆ ਵੀ ਜੇ ਹੁਣ ਤੱਕ ਚੱਲੀ ਆਈ NDA ਤੇ ਉਹਦੇ ਵਿੱਚ ਭਾਜਪਾ ਨੂੰ ਇਹਨਾਂ ਭਾਈਵਾਲਾਂ ਦੀ ਲੋੜ ਸੀ, ਜਿਹਦੇ ਵਿੱਚ ਅਕਾਲੀ ਦਲ ਉਦੋਂ ਤੋਂ ਹੀ ਚੱਲਿਆ ਆ ਰਿਹਾ, ਪੁਰਾਣਾ ਸੀ ਬਹੁਤ ਜੀ। ਇਹਨਾਂ ਨੇ ਕਈ ਵਾਰ ਮਜਬੂਰ ਕੀਤਾ ਅਕਾਲੀਆਂ ਨੂੰ ਕਿ ਸਾਨੂੰ ਤੁਹਾਡੀ ਲੋੜ ਹੈ ਨਹੀਂ। ਇੱਥੇ ਕਈ ਆਗੂਆਂ ਨੇ ਬਿਆਨ ਵੀ ਦਿੱਤੇ, ਪਰ ਇਹਨਾਂ ਦੀ ਕੀ ਮਜਬੂਰੀ ਰਹੀ ਆ ਇਹ ਅਕਾਲੀ ਦਲ ਵਾਲਿਆਂ ਦੀ ਤਾਂ ਇਹ ਦੱਸ ਸਕਦੇ ਆ। ਇਸੇ ਤਰੀਕੇ ਨਾਲ ਸ਼ਿਵ ਸੈਨਾ ਨੂੰ ਬਹੁਤ ਮਜਬੂਰ ਕੀਤਾ ਜੀ, ਸ਼ਿਵ ਸੈਨਾ ਨੂੰ ਮਜਬੂਰ ਕੀਤਾ। ਇਹਨਾਂ ਨੇ ਆਪ ਨਹੀਂ ਕੱਢਿਆ, ਉਹਨਾਂ ਨੇ 1 ਸਾਲ ਉਹਨਾਂ ਨੂੰ ਤੜਫਾਈ ਰੱਖਿਆ। ਪਿਛਲੀ ਟਰਮ ਦੇ ਵਿੱਚ ਸਾਰੇ 5 ਸਾਲ ਉਹਨਾਂ ਨੂੰ ਪੁੱਛ ਦੀ ਪ੍ਰਤੀਤ ਨਹੀਂ ਹੋਈ ਜੀ। ਹੁਣ ਵੀ ਉਹਨਾਂ ਦਾ ਜੇ 5 ਸਾਲ ਉਹ ਬਾਗੀ ਰਹੇ ਆ, ਚੋਣਾਂ ਦੇ ਵਿੱਚ ਆ ਕੇ ਉਹਨਾਂ ਦਾ ਸਮਝੌਤਾ ਹੋ ਗਿਆ, ਚੱਲ ਕੋਈ ਨਹੀਂ ਯਾਰ ਜੇ ਆਪਾਂ ਅੱਗੇ ਜਿੱਤ ਜਾਵਾਂਗੇ ਤਾਂ ਅੱਧੀ ਟਰਮ ਤੇਰੀ ਤਾਂ ਅੱਧੀ ਮੇਰੀ ਜੀ। ਹੋਇਆ ਕਿ ਵੀ ਸੀਟਾਂ ਲੈ ਗਏ ਵੱਧ ਸ਼ਿਵ ਸੈਨਾ ਵਾਲੇ, ਇਹਨਾਂ ਨੂੰ ਘਟ ਗਈਆਂ। ਹੁਣ ਜਦੋਂ ਇਹਨਾਂ ਨੂੰ ਘਟ ਗਈਆਂ ਤਾਂ ਇਹਨਾਂ ਨੇ ਇਹ ਸੋਚਿਆ ਵੀ ਭਾਈ CM ਸਾਡਾ ਬਣੂਗਾ ਜੀ, ਕਿਉਂਕਿ ਅਸੀਂ ਵੱਡੀ ਪਾਰਟੀ ਆ, ਦੇਸ਼ ਦੀ ਪਾਰਟੀ, ਤੁਹਾਡੀ ਖੇਤਰੀ ਪਾਰਟੀ ਆ। ਉੱਥੇ ਉਹ ਸ਼ਿਵ ਸੈਨਾ ਅੜ ਗਈ। ਹੁਣ ਉਹ ਸ਼ਿਵ ਸੈਨਾ ਅੜਨ ਤੋਂ ਬਾਅਦ ਸ਼ਰਦ ਪਵਾਰ ਔਰ ਕਾਂਗਰਸ ਦੇ ਸਮਰਥਨ ਨਾਲ ਬਣਾ ਰਹੀ ਆ, ਚੱਲ ਰਿਹਾ ਉੱਥੇ ਬਹੁਤ ਘਟਨਾਕ੍ਰਮ ਚੱਲ ਰਿਹਾ। ਅਕਾਲੀਆਂ ਨੂੰ ਇਹਨਾਂ ਨੇ ਬਹੁਤ ਮੌਕੇ ਦਿੱਤੇ ਆ। ਜਦੋਂ ਹਰਿਆਣੇ ਦੇ ਵਿੱਚ ਚੋਣਾਂ ਸੀਗੀਆਂ ਤੇ ਇਹਨਾਂ ਦਾ ਬੰਦਾ ਇੱਕ ਲੈ ਗਏ ਸੀ ਅਕਾਲੀ ਦਲ ਦਾ, ਉਦੋਂ ਮੌਕਾ ਸੀ ਇਹਨਾਂ ਨੂੰ, ਇਹਨਾਂ ਨੇ ਉਹਨਾਂ ਦਾ ਬੰਦਾ ਲੈ ਆਂਦਾ, ਉਹ ਤਾਂ ਚਲੋ ਗੱਲ ਬਣੀ ਨਹੀਂ। ਦਿੱਲੀ 'ਚ ਵੀ ਇੱਦਾਂ ਹੋਇਆ, ਇਹਨਾਂ ਦਾ ਬੰਦਾ ਲੈ ਗਏ ਸੀਗੇ। ਹੁਣ ਜਦੋਂ ਕਿਸਾਨਾਂ ਦਾ ਮਸਲਾ ਸੀਗਾ ਆਰਡੀਨੈਂਸ ਦਾ, ਜੇ ਇਹਨਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਅਸਤੀਫਾ ਦਿੱਤਾ, ਕੱਲ੍ਹ ਅਸਤੀਫਾ ਦੇਣ ਤੋਂ ਬਾਅਦ ਇਹ ਕਹਿ ਰਹੇ ਆ ਵੀ ਇਹ ਕਿਸਾਨ ਮਾਰੂ ਬਿੱਲ ਆ ਤਿੰਨੇ। ਮੈਂ ਇਸ ਗੱਲ 'ਚ ਥੋੜੀ ਜਿਹੀ ਜੇ ਤਰਮੀਮ ਕਰਾਂ ਤੇ 1.5 ਮਹੀਨੇ ਤੋਂ ਜੂਨ ਤੋਂ ਜਦੋਂ ਵੀ ਤੋਂ ਬਿੱਲ ਆਇਆ ਉਦੋਂ ਤੋਂ ਇਹ ਸਾਰੀ ਪਾਰਟੀ ਵਿੱਚ ਇਹਨਾਂ ਦੇ ਫੈਮਿਲੀ ਦੇ ਸਾਰੇ ਮੈਂਬਰ ਤੇ ਇਸ ਬਿੱਲ ਨੂੰ ਜਸਟੀਫਾਈ ਕਰਵਾ ਰਹੇ ਆ। ਮੈਂ ਉਹੀ ਦੱਸਣਾ ਚਾਹੁੰਦਾ ਵੀ 6 ਮਹੀਨੇ ਜਦੋਂ ਆਰਡੀਨੈਂਸ ਪਾਸ ਹੋਇਆ ਸੀ ਕੈਬਨਿਟ ਦੇ ਵਿੱਚ ਵੀ ਹਰਸਿਮਰਤ ਕੌਰ ਬਾਦਲ ਬੈਠੇ ਸੀ, ਬਿਲਕੁਲ ਉਦੋਂ ਨਹੀਂ ਵਿਰੋਧ ਕੀਤਾ। 6 ਮਹੀਨੇ ਤੋਂ ਰੌਲਾ ਪੈਣ ਡਿਆ, ਇਹਨਾਂ ਨੇ ਉਹਨੂੰ ਜਸਟੀਫਾਈ ਕਰਨ ਲਈ ਪੂਰਾ ਜ਼ੋਰ ਲਾਤਾ। ਕਦੇ ਤਾਂ ਖੇਤੀ ਮੰਤਰੀ ਤੋਂ ਲੈ ਕੇ ਪੱਤਰ ਦਿਖਾੜਤਾ, ਦੇਖੋ ਜੀ ਉਹ ਭਰੋਸਾ ਦੇ ਰਿਹਾ MSP ਨਹੀਂ ਜਾਊਗੀ, ਤੇ ਜੇ ਉਹ ਭਰੋਸਾ ਦੇ ਰਿਹਾ ਸੀ, ਤੁਹਾਨੂੰ ਭਰੋਸਾ ਦੇ ਰਿਹਾ ਸੀ, ਤੁਸੀਂ ਗਾਹਾਂ ਨਹੀਂ ਸੰਤੁਸ਼ਟੀ ਕਰਾ ਸਕੇ ਕਿਸਾਨਾਂ ਦੀ, ਤਾਂ ਹੁਣ ਤੁਹਾਡਾ ਭਰੋਸਾ ਕਿੱਦਾਂ ਉੱਠ ਗਿਆ? ਕਿਸਾਨਾਂ ਦਾ ਇੱਕ ਵਫਦ ਪਿੱਛੇ ਜਿਹਾ ਸੁਖਬੀਰ ਸਿੰਘ ਜੀ ਕੋਲ ਗਿਆ ਸੀ ਮਿਲਣ, ਤੇ ਇਹਨਾਂ ਨੇ ਕਿਹਾ ਸੀ ਕਿ ਮੇਰੇ ਨਾਲ ਚਲੋ, ਮੈਂ ਤੁਹਾਨੂੰ ਖੇਤੀ ਮੰਤਰੀ ਕੋਲ ਲੈ ਕੇ ਜਾਣਾ ਤੁਹਾਡੇ ਨਾਲ। ਮੈਂ ਉਹੀ ਕਹਿੰਦਾ ਵੀ ਜੇ ਤੁਹਾਨੂੰ ਉਹਦੇ ਤੇ ਭਰੋਸਾ ਸੀਗਾ ਤਾਂ ਹੁਣ ਐਡੀ ਛੇਤੀ ਭਰੋਸਾ ਕਿਵੇਂ ਲੱਥ ਗਿਆ? ਕਿਤੇ ਇਦਾਂ ਤਾਂ ਨਹੀਂ ਇਹਨਾਂ ਨੇ ਉਹ ਬਿੱਲ ਪੜ੍ਹਿਆ ਹੀ ਨਹੀਂ ਸੀ ਤੇ ਐਵੇਂ ਗੱਲਾਂ ਕਰੀ ਜਾਂਦੇ ਸੀ? ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਬਿੱਲ ਪੜ੍ਹਿਆ ਵੀ ਸੀਗਾ, ਪਰ ਇਹ ਭਾਈਵਾਲ ਹੋਣ ਦੇ ਨਾਤੇ ਇੱਕ ਬੈਕਫੁੱਟ ਤੇ ਸੀਗਾ ਜੀ, ਭਾਈਵਾਲ ਹੋਣ ਦੇ ਨਾਤੇ ਬੈਕਫੁੱਟ ਤੇ ਸੀਗੇ। ਹੁਣ ਜਦੋਂ ਕਿਸਾਨਾਂ ਦਾ ਸੰਘਰਸ਼ ਜਿਹੜਾ ਅੰਦੋਲਨ ਆ ਐਡੇ ਵੱਡੇ ਲੈਵਲ ਤੇ ਫੈਲ ਗਿਆ ਵੀ ਜਿਹੜਾ ਇਹਨਾਂ ਤੋਂ ਹੁਣ ਸੰਭਾਲਿਆ ਨਹੀਂ ਸੀ ਜਾਣਾ ਜੀ। ਤੇ ਜੇ 6 ਮਹੀਨੇ ਜੇ ਹੁਣ ਇਹਨਾਂ ਨੂੰ ਕਿਸਾਨ ਮਾਰੂ ਲੱਗਾ ਤੇ 6 ਮਹੀਨੇ ਪਹਿਲਾਂ ਕਿਉਂ ਨਹੀਂ ਲੱਗਾ ਸੀਗਾ? ਉਦੋਂ ਤੋਂ ਅਸਤੀਫਾ ਦੇ ਦਿੰਦੇ। ਦੂਸਰੀ ਗੱਲ, ਅਸਤੀਫਾ ਤਾਂ ਦਿੱਤਾ ਹੀ ਦਿੱਤਾ, ਪਰ ਬਿੱਲ ਤਾਂ ਫਿਰ ਵੀ ਪਾਸ ਹੋ ਗਿਆ ਨਾ। ਮੈਂ ਇਸੇ ਗੱਲ ਤੇ ਆਉਣ ਲੱਗਾ ਸੀ ਕਿ ਇਸ ਅਸਤੀਫੇ ਨਾਲ ਪੰਜਾਬ ਦਾ ਜਾਂ ਕਿਸਾਨੀ ਦਾ ਸੌਰੂਗਾ ਕੀ? ਭਲਾ ਤਾਂ ਨਹੀਂ ਨਾ ਹੋਇਆ ਕੋਈ। ਅਸਤੀਫਾ ਬਿੱਲ ਪਾਸ ਹੋ ਗਿਆ, ਬਿੱਲ ਪਾਸ ਹੋਣ ਤੋਂ ਬਾਅਦ ਅਸਤੀਫਾ ਦਿੱਤਾ, ਬਿੱਲ ਪਾਸ ਹੋ ਗਿਆ ਜੀ, ਮੰਤਰੀ ਨੇ ਅਸਤੀਫਾ ਦੇ ਦਿੱਤਾ, ਗੱਠਜੋੜ ਹਲੇ ਜਾਰੀ ਆ, ਫਿਰ ਇਹ ਰਾਜਨੀਤੀ ਹੋਈ। ਇਹ ਤਾਂ ਉਹ ਗੱਲ ਹੋ ਗਈ ਨਾ ਵੀ ਅੱਧੀ ਹਾਂ ਤੇਰੀ ਮੈਂ ਮੁਲਾਜ਼ੇਦਾਰਾ, ਅੱਧੀ ਹਾਂ ਗਰੀਬ ਜੱਟ ਦੀ, ਤੇ ਅਸਤੀਫਾ ਮੈਂ ਦੇਤਾ ਪਰ ਸਮਰਥਨ ਜਾਰੀ ਰਹੂਗਾ।
ਤੇ ਉਹ ਜਿਹੜੇ ਗਰੀਬ ਜੱਟ ਨੇ ਪੰਜਾਬ ਦੇ ਉਹ ਕਿੱਥੇ ਜਾਣਗੇ? ਉਹ ਤੇ ਹਾਲੇ ਅਸਤੀਫੇ 'ਚ ਉਹ ਵੀ ਮੱਥੇ 'ਚ ਮਾਰਦੇ ਹੋਣੇ ਵੀ ਭਾਈ ਜੇ ਅਸਤੀਫਾ ਦਿੱਤਾ ਹੀ ਦਿੱਤਾ ਤਾਂ ਸਾਨੂੰ ਕੀ ਫਾਇਦਾ ਹੋਇਆ, ਬਿੱਲ ਤਾਂ ਫਿਰ ਵੀ ਪਾਸ ਹੋ ਗਿਆ। ਇਹਦੇ ਨਾਲੋਂ ਚੰਗਾ ਸੀ 6 ਮਹੀਨੇ ਰਹਿ ਕੇ ਉਹਨਾਂ ਤੇ ਦਬਾਅ ਬਣਾ ਕੇ ਉਦੋਂ ਵਾਪਸ ਕਰਾਉਂਦੇ। ਕੱਲ ਦੀ ਜਿਹੜੀ ਇਹਨਾਂ ਦੀ ਬਿਆਨੀ ਸੀ ਵੀ ਮੈਂ ਵੇਟ ਕਰਦੀ ਸੀ ਵੀ ਜਦੋਂ ਇਹ ਬਿੱਲ ਪਾਸ ਹੋਊਗਾ ਅਸਤੀਫਾ ਦਊਂਗੀ। ਕਿਉਂ ਜੀ? ਜੇ ਬਿੱਲ ਪਾਸ ਹੋਣ ਤੇ ਅਸਤੀਫਾ ਦੇਣਾ ਸੀ ਤਾਂ ਫਿਰ ਉਹਦਾ ਫਾਇਦਾ ਕੋਈ ਨਹੀਂ, ਤਾਂ ਪਾਸ ਹੋ ਹੀ ਗਿਆ, ਫਿਰ ਤਾਂ ਉਹਨਾਂ ਦਾ ਇੱਕ ਆਰਾ ਚਲਾ ਹੀ ਦਿੱਤਾ ਕਿਸਾਨਾਂ ਤੇ। ਉਹ ਤਾਂ ਹੁਣ ਅਗਲੀ ਗੱਲ ਆ ਫਿਰ ਰਾਜ ਸਭਾ ਜਾ ਕੇ ਪਾਸ ਹੁੰਦਾ ਜਾਂ ਨਹੀਂ ਹੁੰਦਾ ਉਹ ਵੱਖਰੀ ਗੱਲ ਹੈ। ਫਿਰ ਉਹ ਤੋਂ ਬਾਅਦ ਰਾਸ਼ਟਰਪਤੀ ਮਨਜ਼ੂਰੀ ਦੇਣੀ, ਕਾਨੂੰਨ ਬਣਨਾ ਆ। ਰਾਜ ਸਭਾ ਦੇ ਵਿੱਚ ਇਹਨਾਂ ਦੀ ਮੈਂਬਰ ਘੱਟ ਆ, ਹੋ ਸਕਦਾ ਕਦੇ ਅੜ ਜਾਵੇ ਉੱਥੇ। ਉਹਨਾਂ ਕੋਲ NDA ਕੋਲ ਹੈ ਨਹੀਂ, ਸਰਕਾਰ ਮੋਦੀ ਸਰਕਾਰ ਕੋਲ ਰਾਜ ਸਭਾ 'ਚ ਗਿਣਤੀ ਘੱਟ ਆ ਜੀ ਪਾਸ ਕਰਾਉਣ ਲਈ ਜਿਹੜੀ ਚਾਹੀਦੀ ਹੁੰਦੀ ਆ। ਪਰ ਪਤਾ ਨਹੀਂ ਜੇ ਬਾਕੀ ਪਾਰਟੀਆਂ ਸਮਰਥਨ ਕਰ ਦੇਣ ਤਾਂ ਹੋ ਸਕਦਾ ਪਾਸ ਵੀ ਹੋ ਜਾਏ, ਤਾਂ ਫਿਰ ਉਸ ਤੋਂ ਬਾਅਦ ਇਹ ਕੁਛ ਨਹੀਂ, ਫਿਰ ਤਾਂ ਰਾਸ਼ਟਰਪਤੀ ਮਨਜ਼ੂਰੀ ਦਿੱਤੀ, ਕਾਨੂੰਨ ਬਣ ਗਿਆ। ਪਰ ਇਹ 6 ਮਹੀਨੇ ਦਾ ਵਕਫਾ ਬਹੁਤ ਹੁੰਦਾ ਜੇ ਤੁਸੀਂ ਉਹਨੂੰ ਜਸਟੀਫਾਈ ਕਰਾਉਣ ਲਈ। ਈਵਨ ਕਿ ਉਹਨਾਂ ਨੇ ਵੱਡੇ ਬਾਦਲ ਸਾਹਿਬ ਨੂੰ, ਜਿਹੜੇ ਬੋਲੇ ਨਹੀਂ ਸੀ ਕਦੇ, ਜਿਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਸੀ, ਆਰਾਮ ਨਾਲ ਬਿਠਾਇਆ ਇੱਕ ਪਾਸੇ ਵੀ ਤੁਸੀਂ ਹੁਣ ਤੁਹਾਡਾ ਸਮਾਂ ਵੀ ਆ ਚੁੱਕਾ ਆ ਕਿ ਤੁਸੀਂ ਆਰਾਮ ਨਾਲ ਰੈਸਟ ਕਰੋ। ਉਹਨਾਂ ਨੂੰ ਵੀ ਲਿਆ ਕੇ ਮੋਰੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਬੁਲਾਉਣਾ ਪਿਆ ਵੀ ਹਾਂ ਵੀ ਇਹ ਬਿੱਲ ਸਹੀ ਆ, ਕਾਂਗਰਸ ਗੁੰਮਰਾਹ ਕਰ ਰਹੀ ਆ ਤੁਹਾਨੂੰ ਜੀ। ਜੇ ਹੁਣ ਕਾਂਗਰਸ ਗੁੰਮਰਾਹ ਕਰ ਰਹੀ ਸੀਗੀ ਤਾਂ ਫਿਰ ਹੁਣ ਤੁਸੀਂ ਸਹੀ ਨੂੰ ਗਲਤ ਕਿਵੇਂ ਕਰਾਤਾ ਇੱਕ ਦਿਨ ਦੇ ਵਿੱਚ? ਤੁਹਾਡਾ ਅਸਤੀਫਾ ਠੀਕ ਆ ਵੀ ਜੇ ਤੁਸੀਂ ਦਿੱਤਾ ਅਸਤੀਫਾ ਤੇ ਉਹਨਾਂ ਸਮਰਥਨ ਵਾਪਸ ਲਾਓ ਜੀ। ਇਹ ਅੱਧੇ ਕੰਮ ਦਾ ਕੀ ਰੱਖਿਆ ਵੀ? ਮਤਲਬ ਇਹ ਆ ਵੀ ਸਮਰਥਨ ਦੀ ਗੇਂਦ ਉਹਦਾ ਛਿੜਤੀ ਵੀ ਉਹ ਕੱਢਣ ਕਿਤੇ ਜਾਵਾਂਗੇ, ਉਹਨਾਂ ਨੂੰ ਤਾਂ ਨਹੀਂ ਕੱਢਣਾ। ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਲੋੜ ਨਹੀਂ ਸਮਝੀ ਤੁਹਾਡੀ। ਸਰਕਾਰ ਜੋ ਚਾਹੁੰਦੀ ਸੀ ਬਿੱਲ ਉਹਨਾਂ ਨੇ ਪਾਸ ਕਰ ਲਏ ਨੇ, ਉਹਦਾ ਮਨ ਬਣਾ ਕੇ ਬੈਠੀ ਸੀ ਮੰਤਰੀ ਸਾਹਿਬ। ਇਸੇ ਕਰਕੇ ਮੈਂ ਦੱਸਾਂ ਉਹਨਾਂ ਪ੍ਰਵਾਨ ਵੀ ਅੱਜ ਕਰ ਲਿਆ ਇੱਕਦਮ। ਤਾਂ ਮੰਤਰੀ ਸਾਹਿਬਾਂ ਨੇ ਅਸਤੀਫਾ ਦੇ ਦਿੱਤਾ ਤੇ ਉਹ ਮਨਜ਼ੂਰ ਹੋ ਗਿਆ, ਉਹਦੇ ਵਿੱਚੋਂ ਨਿਕਲਣਾ ਕੁਝ ਨਹੀਂ। ਪੰਜਾਬ ਦੇ ਕਿਸਾਨਾਂ ਦਾ ਕੋਈ ਬਚਾਅ ਨਹੀਂ। ਕਹਾਵਤ ਹੈ ਨਾ ਵੀ ਜਾਨ ਵੀ ਗਈ ਬੱਕਰੇ ਦੀ, ਖਾਣ ਵਾਲੇ ਸਵਾਦ ਵੀ ਨਹੀਂ ਆਇਆ। ਉਹ ਗੱਲ ਆ ਵੀ ਹੁਣ ਜੇ ਅਸਤੀਫਾ ਦਿੱਤਾ ਹੀ ਦਿੱਤਾ, ਠੀਕ ਹੈ, ਇਹਨਾਂ ਨੇ ਕੁਛ ਹੱਦ ਤੱਕ ਆਪਣੇ ਆਪ ਨੂੰ ਤਸੱਲੀ ਪਰਤਾਈ ਹੋਣੀ ਵੀ ਅਸੀਂ ਕਿਸਾਨੀ ਹਿੱਤਾਂ ਦੀ ਗੱਲ ਕੀਤੀ ਆ। ਪਰ ਇਹ ਜਦੋਂ ਤੋਂ ਕਹਿੰਦੇ ਆ ਰਹੇ ਵੀ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹੈ, ਕੁਰਬਾਨੀ ਦੇਣ ਨੂੰ ਤਿਆਰ ਹੈ, ਕੁਰਬਾਨੀ ਸ਼ਬਦ ਨੂੰ ਬਹੁਤ ਇਹਨਾਂ ਨੇ ਹਲਕਾ ਕਰ ਦਿੱਤਾ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਇਸੇ ਪ੍ਰੋਗਰਾਮ ਵਿੱਚ। ਕੁਝ ਮੁੱਦੇ ਹੋਰ ਵੀ ਨੇ, ਉਹਨਾਂ ਤੇ ਕਰਦੇ ਹਾਂ ਗੱਲ, ਪਰ ਹਾਲੇ ਤੱਕ ਹੱਥ ਪੱਲੇ ਪੰਜਾਬ ਦੇ ਕਿਸਾਨਾਂ ਦੇ ਕੁਝ ਨਹੀਂ ਪੈਂਦਾ ਲੱਗਦਾ। ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਵਿਚਾਰ ਚਰਚਾ ਵਿੱਚ, ਤੇ ਅਸੀਂ ਗੱਲ ਕਰ ਰਹੇ ਸੀ ਅਵਤਾਰ ਸਿੰਘ ਸ਼ੇਰਗਿੱਲ ਜੀ ਨਾਲ। ਇੱਕ ਇਸੇ ਸੈਸ਼ਨ ਦੇ ਵਿੱਚ ਮਾਨਸੂਨ ਸੈਸ਼ਨ ਚੱਲ ਰਿਹਾ ਜੀ, ਇਹਦੇ ਵਿੱਚ ਇੱਕ ਹੋਰ ਬਿੱਲ ਪਾਸ ਕੀਤਾ ਸੈਂਟਰ ਸਰਕਾਰ ਦੇ ਵਿੱਚ, ਬੈਂਕਿੰਗ ਸੋਧ ਰੈਗੂਲੇਸ਼ਨ ਬਿੱਲ। ਮੇਰੀ ਥੋੜੀ ਜਿਹੀ ਜਾਣਕਾਰੀ ਦੇ ਮੁਤਾਬਕ ਇਹ ਜਿਹੜੀਆਂ ਤੁਹਾਡੀਆਂ ਕੋਆਪਰੇਟਿਵ ਬੈਂਕਸ ਨੇ, ਜਿਹੜੀਆਂ ਸਹਿਕਾਰਤਾ ਮੰਤਰੀਆਂ ਸਟੇਟ ਲੈਵਲ ਤੇ ਚਲਾਉਂਦੀਆਂ, ਜਦੋਂ ਇਹਨਾਂ ਨੇ ਨੋਟਬੰਦੀ ਕੀਤੀ ਸੀ ਤੇ ਕੁਝ ਚੀਜ਼ਾਂ ਸਾਹਮਣੇ ਆਈਆਂ ਸੀ ਕਿ ਉਹ ਜਿਹੜੀਆਂ ਬੈਂਕਾਂ ਆ ਉਹ RBI ਜਾਂ ਸਟੇਟ ਦੀਆਂ ਨੈਸ਼ਨਲਾਈਜ਼ ਬੈਂਕਾਂ ਦੇ ਕਾਨੂੰਨਾਂ ਦੇ ਮੁਤਾਬਕ ਨਹੀਂ ਚੱਲਦੀਆਂ, ਤੇ ਉਹਨਾਂ ਵਿੱਚ ਬੜੀਆਂ ਕੁਝ ਸਾਹਮਣੇ ਆਇਆ ਸੀ। ਕੁਝ ਮਹਾਰਾਸ਼ਟਰ 'ਚ PMC ਬੈਂਕ ਸੀ, ਸਾਡੇ ਕੋਆਪਰੇਟਿਵ ਬੈਂਕ ਆ, ਤੇ ਉਹਨਾਂ ਵਿੱਚ ਬੜੀਆਂ ਚੀਜ਼ਾਂ ਸਾਹਮਣੇ ਆਈਆਂ ਸੀ। ਹੁਣ ਇੱਕ ਨਵਾਂ ਬਿੱਲ ਪਾਸ ਕਰਕੇ ਇਹਨਾਂ ਬੈਂਕਾਂ ਨੂੰ ਵੀ RBI ਦੇ ਅਧੀਨ ਮੇ ਰੱਖਿਆ ਲਿਆਂਦਾ ਜਾ ਰਿਹਾ। ਇਹ ਕੀ ਆਏ ਬਿੱਲ, ਇਹਦੀ ਆਪਾਂ ਕਰੀਏ ਥੋੜੀ ਜਿਹੀ ਗੱਲ। ਇਹ ਦੇਖੋ ਜੀ, ਜਿਹੜੀ ਸਹਿਕਾਰੀ ਬੈਂਕਾਂ ਆ ਉਹਨਾਂ ਦਾ ਜਿਹੜਾ ਕੰਮਕਾਜ ਆ ਸਾਰਾ ਕੁਝ ਉਹ ਸਟੇਟ ਦੇਖਦੇ ਹੁੰਦੇ ਆ, ਰਾਜ ਸਰਕਾਰਾਂ ਦੇਖਦੀਆਂ, ਉਹਨਾਂ ਦੇ ਬਕਾਇਦਾ ਸਹਿਕਾਰਤਾ ਮੰਤਰੀ ਵੀ ਬਣਦੇ ਆ ਜੀ। ਇਹਨਾਂ ਨੇ ਕੀ ਕੀਤਾ ਵੀ ਹੁਣ ਜਦੋਂ PMC ਜਿਹੜੀ ਪੰਜਾਬ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੇ ਵਿੱਚ, ਜਦੋਂ ਉੱਥੇ ਇੱਕ ਬਹੁਤ ਵੱਡੀ ਕੰਪਨੀ ਸੀ HIDL ਜੀ, ਹਾਊਸਿੰਗ ਡਿਵੈਲਪਮੈਂਟ ਵਾਲੀ ਕੰਪਨੀ ਆ, ਉਹਨਾਂ ਦਾ ਘੱਟੋ ਘੱਟ ਵੀ 6500 ਕਰੋੜ ਦਾ ਸੀ ਕੋਈ ਲੋਨ ਜੀ, ਉਹ ਹੋ ਗਿਆ ਸੀ ਡਿਫਾਲਟਰ। ਜਿਹੜੀ ਇਸ ਕੋਆਪਰੇਟਿਵ ਬੈਂਕ ਦਾ ਜਿਹੜਾ MD ਸੀ ਸਾਬਕਾ ਥੋਮਸ, ਉਹਨੇ ਉਹ ਡਿਫਾਲਟਰ ਲੋਨ ਨੂੰ ਲੁਕਾਉਣ ਲਈ, ਹਾਲਾਂਕਿ ਉਹਨੂੰ NPA ਨਹੀਂ ਕੁਛ ਦਿੱਤਾ, NPA ਹੁੰਦਾ ਵੀ ਇਹ ਵੱਟਾ ਖੱਟੇ ਪਾਤਾ, ਨਾਨ ਪੇਮੈਂਟ ਅਕਾਊਂਟ, ਵੱਟੇ ਖਾਤੇ ਪਾਤਾ ਜੀ ਵੀ ਇਹ ਤਾਂ ਹੁਣ ਪੇਮੈਂਟ ਵਾਪਸ ਆਉਣ ਦੀ ਉਮੀਦ ਨਹੀਂ ਆ, ਉਹਨੂੰ ਬੈਂਕ ਫਿਰ NPA ਕਰ ਦਿੰਦੀ ਆ ਜੀ। ਉਹਨੂੰ NPA ਕਰਨ ਦੀ ਬਜਾਏ, ਉਹਨੂੰ ਲੁਕਾਉਣ ਦੀ ਬਜਾਏ ਵੀ ਉਹ ਕਿਸੇ ਜਗਜ਼ਾਰ ਨਾ ਹੋ ਜਾਏ, ਉਹਨੇ ਫਰਜ਼ੀ ਅਕਾਊਂਟ ਕਈ ਖੋਲ੍ਹ ਦਿੱਤੇ ਉੱਤੇ। ਅੱਛਾ ਜੀ। ਉਸ ਫਰਜ਼ੀ ਅਕਾਊਂਟ ਖੋਲ੍ਹਣ ਤੋਂ ਬਾਅਦ ਜਦੋਂ ਸਾਰਾ ਆਡੀਟਰ ਜਿਹੜੇ ਬੈਂਕ ਦਾ ਆਡਿਟ ਕਰਦੇ ਹੁੰਦੇ ਆ, ਉਹਨਾਂ ਤੋਂ ਵੀ ਉਹਨੇ ਲੁਕੋਇਆ, ਬੈਂਕ ਦੇ ਬੋਰਡ ਆਫ ਡਾਇਰੈਕਟਰ ਹੁੰਦੇ ਉਹਨਾਂ ਤੋਂ ਵੀ ਲੁਕੋਇਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਜਦੋਂ ਇਹ ਗੱਲ RBI ਕੋਲ ਪਹੁੰਚੀ ਵੀ ਇਹ ਤਾਂ 6500 ਕਰੋੜ ਦਾ ਜਿਹੜਾ ਡਿਫਾਲਟਰ ਆ ਉਹ ਬੰਦਾ ਲੋਨ ਹੀ ਨਹੀਂ ਵਾਪਸ ਕੀਤਾ, ਇਹ ਚੱਕਰ ਕੀ ਬਣਿਆ? ਉਹਦੇ ਤੋਂ ਸਾਰਾ ਰੌਲਾ ਪੈ ਗਿਆ, ਨਿਵੇਸ਼ਕਾਂ ਦਾ ਸਾਰਾ ਪੈਸਾ ਜਿਹੜਾ ਉਹ ਠੱਪ ਹੋ ਗਿਆ। ਹਜੇ ਵੀ 80% ਜਿਹੜੇ ਉੱਥੋਂ ਦੇ ਜਿਹੜੇ ਉਹਨਾਂ ਦੇ ਖਾਤਾ ਧਾਰਕ ਆ ਬੈਂਕ ਦੇ, ਉਹਨਾਂ ਨੂੰ ਹਜੇ ਉਹਨਾਂ ਦਾ ਪੈਸਾ ਨਹੀਂ ਮਿਲਿਆ ਅਜੇ ਤੱਕ ਜੀ, ਹਜੇ ਵੀ ਨਹੀਂ ਮਿਲਿਆ। ਹਾਲਾਂਕਿ ਨਿਰਮਲਾ ਸੀਤਾਰਮਨ ਨੇ ਉਦੋਂ ਕਿਹਾ ਸੀਗਾ ਵੀ ਇਹਨਾਂ ਦਾ ਪੈਸਾ ਨਹੀਂ ਡੁੱਬੂਗਾ ਜੀ। ਉਸੇ ਤੋਂ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਸੀਗਾ ਵੀ ਹੁਣ ਜਿਹੜੀਆਂ ਸਹਿਕਾਰੀ ਬੈਂਕਾਂ ਆ ਉਹ ਅਸੀਂ RBI ਦੇ ਅੰਡਰ ਲਿਆਵਾਂਗੇ। ਹੁਣ ਗੱਲ ਤਾਂ ਇਹ ਹੈ ਵੀ RBI ਦੇ ਅੰਡਰ ਲਿਆ ਕੇ ਕੀ ਉਹਨਾਂ ਦੇ ਵਿੱਚ ਕੀ ਸੁਧਾਰ ਹੋਊਗਾ ਵੀ ਜਿਹਨਾਂ ਖਾਤਾ, ਹੁਣ ਗੱਲ ਜਿਹੜੀ ਜਿੱਦਣ ਬਿੱਲ ਪਾਸ ਹੋਇਆ ਉਦਣ ਵੀ ਉਹਨਾਂ ਦੇ ਤਰਕ ਇਹ ਸੀ ਵੀ ਅਸੀਂ ਤਾਂ ਖਾਤਾ ਧਾਰਕਾਂ ਦੀ ਸੇਫਟੀ ਸੁਰੱਖਿਆ ਦੇਖਣੀ ਵੀ ਉਹਨਾਂ ਦਾ ਪੈਸਾ ਸੁਰੱਖਿਅਤ ਰਹੇ।
ਇਹ ਬਿੱਲ ਉਹਦੇ ਕਰਕੇ ਆ, ਨਾ ਕਿ ਸਾਡਾ ਡੰਡਾ ਸਹਿਕਾਰੀ ਬੈਂਕਾਂ ਤੇ ਚੱਲਣਾ ਜੀ। ਤਾਂ ਜਦ ਹੁਣ ਆਰਬੀਆਈ ਦਾ ਥੱਲੇ ਲੈ ਜਾਂਦਾ ਤਾਂ ਡੰਡਾ ਤਾਂ ਨੈਚੁਰਲੀ ਆਰਬੀਆਈ ਦਾ ਚੱਲਣਾ ਆ। ਕਹਿਣ ਤਾਂ ਕਰਨ ਦਾ ਬਹੁਤ ਫਰਕ ਆ ਸਰਕਾਰਾਂ ਦੇ ਵਿੱਚ। ਹੁਣ ਜਦੋਂ ਸਹਿਕਾਰੀ ਬੈਂਕਾਂ ਇਹਨਾਂ ਦੇ ਥੱਲੇ ਆ ਗਈਆਂ, ਸਟੇਟਾਂ ਦੇ ਪੱਲੇ ਕੁਝ ਨਹੀਂ ਰਹਿਣਾ। ਇਸ ਤੋਂ ਅਗਲੀ ਗੱਲ ਉਹ ਹੁੰਦੀ ਹੈ ਸਹਿਕਾਰੀ ਬੈਂਕਾਂ ਤੇ ਸਹਿਕਾਰੀ ਸੁਸਾਇਟੀਆਂ ਵੀ ਹੁੰਦੀਆਂ। ਮੈਂ ਉਹੀ ਗੱਲ ਕਰਨ ਲੱਗਾ ਸੀ ਅਗਲੀ, ਕਿ ਜਿਹੜਾ ਇਹਦੇ 'ਚ ਮੇਨ ਗੱਲ ਤੇ ਹੈ ਕਿ ਸਾਡੇ ਪੰਜਾਬ ਦੀ ਜਦੋਂ ਆਪਾਂ ਕੋਆਪਰੇਟਿਵ ਬੈਂਕ ਦੀ ਗੱਲ ਕਰਦੇ ਹਾਂ, ਮੇਰਾ ਖਿਆਲ ਲਗਭਗ ਹਰ ਵੱਡੇ ਪਿੰਡ ਦੀ ਇੱਕ ਸੁਸਾਇਟੀ ਬਣੀ ਹੋਈ ਹੈ। ਬਿਲਕੁਲ ਹੁੰਦੀ ਆ। ਉਥੋਂ ਕਿਸਾਨ ਜ਼ਿਮੀਂਦਾਰ ਭਰਾ ਕੋਈ ਖਾਦ ਖਰੀਦਣੀ ਆ, ਕੋਈ ਦਵਾਈਆਂ ਲੈਣੀਆਂ ਆ, ਕੋਈ ਇਨਪੁਟ ਫਸਲਾਂ ਵਾਸਤੇ ਲੈਣੀ, ਕੋਈ ਸੰਦ ਲੈਣੇ ਆ, ਬਹੁਤ ਸਾਰੀਆਂ ਚੀਜ਼ਾਂ ਉੱਥੋਂ ਕਈ ਮਿਲਦੀਆਂ ਕੁਝ ਉੱਥੋਂ ਮਿਲ ਜਾਂਦੀਆਂ ਔਰ ਉਹ ਸਸਤੇ ਰੇਟ ਤੇ ਲੋਨ ਮਿਲ ਜਾਂਦਾ ਹੁੰਦਾ ਉੱਥੋਂ, ਔਰ ਉਹਨੂੰ ਤਰੀਕੇ ਨਾਲ ਫਸਲ ਦੀ ਫਸਲ ਉਹ ਵਾਪਸ ਕਿਸ਼ਤਾਂ ਰਾਹੀਂ ਕਰਦੇ ਰਹਿੰਦੇ ਆ ਜੀ। ਇਹਦੇ ਵਿੱਚ ਇਹਨਾਂ ਨੇ ਤਰਕ ਇੱਕ ਹੋਰ ਦਿੱਤੀ ਆ ਵਿੱਤ ਮੰਤਰੀ ਨੇ, ਵੀ ਜਿਹੜੀਆਂ ਇਹ ਬੈਂਕਾਂ ਨਾਨ ਕਮਰਸ਼ੀਅਲ ਆ ਜੀ, ਇਹ ਇੰਨੀ ਸਫਲ ਨਹੀਂ ਹੋਈਆਂ, ਜਦ ਕਿ ਕਮਰਸ਼ੀਅਲ ਬੈਂਕਾਂ ਬਹੁਤ ਸਫਲ ਹੋਈਆਂ। ਹੁਣ ਜੇ ਇਹਨਾਂ ਨੂੰ ਪੁੱਛਿਆ ਜਾਵੇ ਕਮਰਸ਼ੀਅਲ ਬੈਂਕਾਂ ਸਫਲ ਹੋਈਆਂ ਤੇ ਵਿਜੇ ਮਾਲੀਆ 9000 ਕਰੋੜ ਦਾ ਲਾ ਕੇ ਥੁੱਕ ਲਾ ਕੇ ਚਲੇ ਗਿਆ ਜੀ। ਨੀਰਵ ਮੋਦੀ ਜੀ 6-7000 ਕਰੋੜ। ਸ਼ੇਰਗਿੱਲ ਸਾਹਿਬ ਗੱਲ ਇੱਕ ਹੋਰ ਵੀ ਆ ਨਾ ਜੀ, ਸਫਲ ਹੋਣਾ ਆਪਾਂ ਕਿਹਨੂੰ ਕਵਾਂਗੇ ਜੀ? ਕੀ ਸਾਡੀ ਸਰਕਾਰ ਕੋਈ ਕਾਰਪੋਰੇਟ ਦਾ ਨਾਂ ਆ? ਕੀ ਇਹ ਕੋਈ ਫੈਕਟਰੀ ਆ? ਕੀ ਇਹ ਕੋਈ ਬਿਜ਼ਨਸ ਕਰਨ ਵਾਲਾ ਸਮੂਹ ਆ? ਇਹਨਾਂ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਸਰਕਾਰ ਬਣਦੀ ਹੈ, ਇਹਨੂੰ ਅਸੀਂ ਪਬਲਿਕ ਵੈਲਫੇਅਰ ਫਾਰਮ ਆਫ ਗਵਰਨਮੈਂਟ ਕਹਿੰਦੇ ਆ। ਇਹਨਾਂ ਦਾ ਕੰਮ ਲੋਕਾਂ ਦਾ ਭਲਾ ਕਰਨਾ ਹੈ ਤੇ ਸਫਲ ਹੋ ਕੇ ਪੈਸੇ ਕਮਾਉਣਾ। ਸਫਲ ਨੂੰ ਇਹ ਇਸ ਤਰੀਕੇ ਨਾਲ ਲੈਂਦੇ ਆ ਕਿ ਉਹ ਬੈਂਕ ਜਿਹੜੀ ਪ੍ਰੋਫਿਟ 'ਚ ਜਾ ਰਹੀ ਆ, ਪੇ ਲੋਨ ਦਿੱਤੇ ਆ, ਉਹਨਾਂ ਦੀ ਕਿਸ਼ਤ ਸਮੇਂ ਸਿਰ ਆ ਰਹੀ ਆ, ਉਹਨਾਂ ਦਾ ਜਿਹੜਾ ਲੋਨ ਹੈ ਰਿਫੰਡ ਸਾਰਾ ਹੋ ਗਿਆ, ਨਵੇਂ ਲੋਨ ਦੇਤੇ ਆ। ਕਹਿਣ ਦਾ ਭਾਵ ਟ੍ਰਾਂਜੈਕਸ਼ਨਾਂ ਜਿਹੜੀਆਂ ਇੱਕ ਨੰਬਰ 'ਚ ਸਹੀ ਤਰੀਕੇ ਨਾਲ ਹੋ ਰਹੀਆਂ ਆ, ਔਰ ਉਹਦੇ ਵਿੱਚ ਸਾਨੂੰ ਪ੍ਰੋਫਿਟ ਇਹ ਆ ਰਿਹਾ ਵੀ ਉਹਦਾ ਜਿਹੜਾ ਜੇ ਲੋਨ ਦਿੱਤੇ ਆ, ਕਿਸ਼ਤਾਂ ਆ ਰਹੀਆਂ, ਵਿਆਜ ਵੀ ਪੈਂਦਾ, ਉਸ ਵਿਆਜ ਦੇ ਨਾਲ ਇਹਨਾਂ ਦਾ ਜਿਹੜਾ ਕੰਮ ਬੈਂਕਾਂ ਦਾ ਚੱਲੀ ਜਾਂਦਾ, ਉਸ ਨੂੰ ਇਹ ਸਫਲ ਮੰਨਦੇ ਆ ਵੀ ਸਾਡੀ ਬੈਂਕਾਂ ਪ੍ਰੋਫਿਟ 'ਚ ਜਾ ਰਹੀਆਂ। ਹੁਣ ਜਿਹੜੀਆਂ ਕਮਰਸ਼ੀਅਲਾਈਜ਼ਡ ਜਿਹੜੀਆਂ ਦੂਜੀਆਂ ਬੈਂਕਾਂ ਆ, ਜਿਹੜੀਆਂ ਇਹਨਾਂ ਦੇ ਅੰਡਰ ਪਹਿਲਾਂ ਚੱਲਦੀਆਂ ਸੀਗੀਆਂ, ਜੇ ਉਹ ਪ੍ਰੋਫਿਟ 'ਚ ਜਾਂਦੀਆਂ ਸੀਗੀਆਂ ਤਾਂ ਫਿਰ ਇਹ ਨੀਰਵ ਮੋਦੀ ਮਾਲਿਆ ਜਿਹੜੇ ਇਹ ਦੌੜ ਗਏ ਲੈ ਕੇ ਇੰਨੇ ਪੈਸੇ, ਉਹਨਾਂ ਦਾ ਕੀ ਬਣਿਆ? ਸਹਿਕਾਰੀ ਬੈਂਕ ਨੂੰ ਤਾਂ ਨਹੀਂ ਅਜੇ ਕਿਸੇ ਨੇ ਚੂਨਾ ਲਾਇਆ ਸੀ। ਇਹ ਪਹਿਲੀ ਬੈਂਕ ਹੀ ਸੀ ਜਿਹੜੀ ਪੀਐਮਸੀ ਉੱਥੇ ਨਿਕਲੀ ਆ। ਉਸ ਤੋਂ ਬਾਅਦ ਯੈਸ ਬੈਂਕ ਸੀਗੀ, ਯੈਸ ਬੈਂਕ ਵਾਲਿਆਂ ਨੇ ਕਾਬੂ ਕਰ ਲਿਆ, ਉਹ ਕਮਰਸ਼ੀਅਲ ਸੀਗੀ, ਉਹਨਾਂ ਦੇ ਪੈਸੇ ਵਿੱਚ ਆਪ ਇਨਵੈਸਟ ਕਰਕੇ ਉਹਨਾਂ ਦਾ ਕਰ ਦਿੱਤਾ ਕਵਰ ਅਪ ਵੀ ਹਾਂ ਵੀ ਇਹ ਸਾਡੇ ਅੰਡਰ ਆ। ਉਹਨਾਂ ਨੂੰ ਤਾਂ ਇਹਨਾਂ ਨੇ ਡੋਜ਼ ਦੇਤੀ, ਉਹਨਾਂ ਨੂੰ ਦੇਤੀ ਡੋਜ਼। ਇਹਦੇ ਵਿੱਚ ਹੁਣ ਪੀਐਮਸੀ ਸਹਿਕਾਰੀ ਬੈਂਕਾਂ ਦੇ ਵਿੱਚ ਜੇ ਉਹਨੇ ਉੱਥੇ 6500 ਕਰੋੜ ਦਾ ਉਹਨੇ ਲੋਨ ਡਿਫਾਲਟਰ ਸੀਗਾ ਤੇ ਇਹਨਾਂ ਨੇ ਉਹਨੂੰ ਕਿਉਂ ਨਹੀਂ ਉਹਦੇ ਤੋਂ ਵਾਪਸ ਲੈਣ ਦੀ ਕੋਸ਼ਿਸ਼ ਕੀਤੀ? ਉਸ ਐਮਡੀ ਤੱਕ ਕਾਰਵਾਈ ਕਿਉਂ ਨਹੀਂ ਕੀਤੀ? ਖਾਤਾ ਧਾਰਕਾਂ ਦਾ ਹਜੇ ਤੱਕ ਵੀ 80% ਜਿਹੜਾ ਪੈਸਾ ਵਾਪਸ ਨਹੀਂ ਹੋਇਆ। ਸ਼ੁਰੂ 'ਚ ਇਹਨਾਂ ਨੇ ਜੀ ਉਹਨਾਂ ਦੀ ਏਟੀਐਮ 'ਚੋਂ ਨਿਕਾਸੀ ਘਟਾਤੀ, ਇੱਕ ਦਿਨ 'ਚ 1000 ਘਟਾ ਸਕਦੇ ਆ। ਕਿੱਥੇ ਜਾਊ ਬੰਦਾ? ਬੜੇ ਲੋਕ ਅਸੀਂ ਟੀਵੀ ਤੇ ਦੇਖੇ ਆ ਤੜਫਦੇ ਸੀ। ਕਿੱਥੇ ਜਾਊ ਬੰਦਾ? ਜਿਹਨੇ ਕੋਈ ਵਿਆਹ ਧਰਿਆ, ਜਿਹਨੇ ਕੋਈ ਬੱਚੇ ਦੀ ਫੀਸ ਦੇਣੀ ਆ ਮਹੀਨੇ ਬਾਅਦ, ਜਿਹਨੇ ਕੋਈ ਹੋਰ ਸਮਾਗਮ ਕਈ ਘਰਾਂ ਦੇ ਰੱਖੇ ਹੁੰਦੇ ਆ, ਉਹਨਾਂ ਨੂੰ ਜੇ ਇੱਕ ਦਿਨ 'ਚ 1000 ਮਿਲਦਾ ਆ ਜਾਂ ਬਾਅਦ ਇਹਨਾਂ ਨੇ ਕਰਤਾ 20000 ਇੱਕ ਮਹੀਨੇ ਦਾ, ਉਹ ਇੰਨੇ ਪੈਸੇ 'ਚ ਕਿੱਦਾਂ ਕਰੂਗਾ ਜਿਹਦੇ ਉਹਦੇ ਪੈਸੇ ਜਮ੍ਹਾਂ ਹੋਣਗੇ? ਬੰਦਾ ਆਪਣੀ ਪੂੰਜੀ ਤਾਂ ਹੀ ਜਮ੍ਹਾਂ ਕਰਦਾ ਵੀ ਮੈਨੂੰ ਵੇਲੇ ਕਵੇਲੇ ਕੰਮ ਆਵੇ, ਤੇ ਜੇ ਵੇਲੇ ਕਵੇਲੇ ਕੰਮ ਨਹੀਂ ਆਉਣੀ, ਉਹ ਖਾਤਾ ਹੀ ਫਰੀਜ਼ ਕਰ ਦੇਣਾ ਸਰਕਾਰ ਨੇ ਇੱਕਦਮ ਜਾ ਕੇ, ਤਾਂ ਉਹ ਬੰਦਾ ਮਤਲਬ ਕਿੱਧਰ ਜਾਊਗਾ ਜੀ? ਮਤਲਬ ਹੁਣ ਜਿਹੜੀਆਂ ਕੋਆਪਰੇਟਿਵ ਬੈਂਕਾਂ ਆ ਉਹ ਵੀ ਆਰਬੀਆਈ ਦੇ ਅਧੀਨ ਆ, ਉਹ ਆਰਬੀਆਈ ਦੇ ਅਧੀਨ ਆ ਗਈਆਂ। ਸਟੇਟ ਸਾਡੀਆਂ ਨੇ, ਉਹਨਾਂ ਦੇ ਅਧਿਕਾਰ ਥੋੜੇ ਜਿਹੇ ਹੋਰ ਖਿੱਚ ਲੈ ਜਾਣਗੇ। ਸੰਘੀ ਢਾਂਚੇ ਦੇ ਸਿੱਧਾ ਹਮਲਾ ਹੈ ਜੀ। ਇਹ ਆਰਡੀਨੈਂਸਾਂ ਨੂੰ ਵੀ ਦੇਖ ਲਓ, ਰੈਗੂਲੇਸ਼ਨ ਜਿਹੜਾ ਬੈਂਕਿੰਗ ਬਿੱਲ ਉਹਨੂੰ ਦੇਖ ਲਓ, ਇਹ ਸੰਘੀ ਢਾਂਚੇ ਤੇ ਹਮਲਾ ਆ। ਸਟੇਟਾਂ ਦੇ ਕੋਲੋਂ ਵੱਧ ਤੋਂ ਵੱਧ ਅਧਿਕਾਰ ਖੋਏ ਜਾ ਰਹੇ ਆ, ਜਿਹੜਾ ਕਿ ਸਿਆਸਤ ਦੇ ਵਿੱਚ ਕਾਫੀ ਇਹਦਾ ਹੋ ਹੱਲਾ ਰੌਲਾ ਪੈ ਰਿਹਾ ਜੀ। ਉਹ ਸਟੇਟਾਂ ਤੋਂ ਜਿੰਨੇ ਅਧਿਕਾਰ ਖੋਏ ਜਾ ਰਹੇ ਆ, ਫਿਰ ਸਾਰਾ ਕੁਝ ਇੱਕ ਆਪਣੇ ਹੱਥ 'ਚ ਰੱਖਣਾ ਪਏ, ਜੋ ਵੀ ਹੈਗਾ ਅਸੀਂ ਆਪ ਕਰਾਂਗੇ। ਅੱਜ ਦੀ ਤਰੀਕ ਤੱਕ ਆਪਾਂ ਕਰੋਨਾ ਦੀ ਵੀ ਗੱਲ ਕਰੀਏ ਜੀ, ਇਹ ਜੋ ਸਾਡੇ ਸਾਹਮਣੇ ਆ ਰਹੀ ਹੈ ਇੱਕ ਮਹਾਮਾਰੀ, ਇਹਦਾ ਕੋਈ ਇਲਾਜ, ਕੋਈ ਹੱਲ ਕੋਈ ਸਾਹਮਣੇ ਆ ਰਿਹਾ ਕਿ ਹਾਲੇ ਤੱਕ ਵਧ ਹੀ ਰਹੀ ਆ? ਨਹੀਂ, ਹਾਲੇ ਤੱਕ ਤਾਂ ਦੇਖੋ ਕਰੋਨਾ ਦਾ ਬਹੁਤ ਜ਼ੋਰ ਨਾਲ ਲਗਾਤਾਰ ਰੋਜ਼ਾਨਾ ਹੀ ਫੈਲਾਅ ਹੋ ਰਿਹਾ ਆ, ਤੇ ਸਰਕਾਰਾਂ ਤਾਂ ਆਪਣੇ ਬਿੱਲ ਪਾਸ ਕਰਨ 'ਚ ਲੱਗੀਆਂ ਹੋਈਆਂ, ਤੇ ਇਹਨਾਂ ਨੂੰ ਸਿਹਤ ਸਹੂਲਤਾਂ, ਲੋਕਾਂ ਦੀ ਜਿਹੜੀ ਤੰਦਰੁਸਤੀ ਬਾਰੇ ਇਹਨਾਂ ਨੂੰ ਕੋਈ ਫਿਕਰ ਹੈ ਨਹੀਂ। ਚਲਾਨ ਕੱਟਣੇ ਘੱਟ ਕਰਤੇ ਹੁਣ ਕੁਝ ਕਿ ਨਹੀਂ? ਨਹੀਂ, ਚੱਲ ਰਿਹਾ ਜੀ ਚਲਾਨ। ਮੈਂ ਪਰਸੋਂ ਵੀ ਇੱਕ ਥਾਂ ਪੜ੍ਹਿਆ ਸੀ ਵੀ ਜਲੰਧਰ ਦੇ ਵਿੱਚ ਹੀ ਇਹਨਾਂ ਨੇ 2 ਕਰੋੜ ਚਲਾਨ ਕੱਟੇ ਜੀ। ਇਹਨਾਂ 2 ਕਰੋੜ ਦੇ ਰੁਪਈਆਂ ਦੇ 2 ਕਰੋੜ ਰੁਪਏ ਚਲਾਨ ਦੇ ਕੱਟੇ ਆ ਇਹਨਾਂ ਨੇ, ਜਿਹੜੇ ਆਹ ਉਲੰਘਣਾ ਕਰਨ ਵਾਲਿਆਂ ਦੇ। ਕਿਸੇ ਨੇ ਮਾਸਕ ਨਹੀਂ ਪਾਇਆ, ਕਿਸੇ ਨੇ ਸਮਾਜਿਕ ਦੂਰੀ ਜਾਂ ਕੋਈ ਇਕੱਠ ਕੀਤਾ ਹੈ, ਉਹਦੇ ਵਿੱਚ ਇਹਨਾਂ ਨੇ 2 ਕਰੋੜ ਰੁਪਈਆ ਕਮਾਇਆ ਜੀ। ਉਹ ਚਲਾਨ ਨੇ ਇਹਨਾਂ ਦਾ ਇੱਕ ਕਰੋਨਾ ਦਾ ਆਮਦਨ ਦਾ ਜ਼ਰੀਆ ਬਣਾ ਲਿਆ। ਸਰਕਾਰ ਸੰਜੀਦਾ ਹੈ ਨਹੀਂ ਕਿਸੇ ਤਰੀਕੇ ਨਾਲ ਵੀ ਹਾਂ ਵੀ ਇਹ ਕਰੋਨਾ ਵੱਧ ਰਿਹਾ, ਇਹਦੇ ਪ੍ਰਤੀ ਕੋਈ ਗੱਲ ਕਰੀਏ। ਹੁਣ ਉਹਦੇ ਵਿੱਚ ਸੰਸਦ ਦੇ ਵਿੱਚ ਤਾਂ ਚਲੋ ਉਹਨਾਂ ਨੇ ਕਹਿਤਾ ਵੀ ਜਨਵਰੀ ਤੱਕ ਵੈਕਸੀਨ ਆਊਗੀ ਜੀ। ਠੋਸ ਤਾਂ ਫਿਰ ਵੀ ਜਵਾਬ ਹੈ ਨਹੀਂ ਨਾ। ਜਨਵਰੀ ਤੋਂ ਗਾਂਹ ਚਲੇ ਗਏ, ਜਨਵਰੀ ਆਊਗਾ ਫਿਰ ਕਹਿ ਦੂਗੇ ਵੀ ਨਹੀਂ ਜੀ ਮਾਰਚ ਤੱਕ ਆਊਗੀ। ਉਹ ਤਾਂ ਆਊਗੀ ਹੈ ਨਾ ਜੀ। ਪਰ ਇਹ ਜਿਹੜਾ ਕਰੋਨਾ ਹੈ ਇਸ ਤਰੀਕੇ ਨਾਲ ਫੈਲ ਰਿਹਾ ਵੀ ਅੱਜ ਦੀ ਤਰੀਕ ਦੇ ਵਿੱਚ 52 ਲੱਖ ਤੋਂ ਪਾਰ ਕਰ ਗਿਆ ਕੇਸ। ਅੱਜ ਵੀ 96,000 24 ਘੰਟਿਆਂ 'ਚ ਕੇਸ ਆਏ ਆ, ਤੇ 1200 ਦੇ ਕਰੀਬ ਇੱਕ ਦਿਨ 'ਚ ਮੌਤਾਂ ਆ, ਔਰ ਜੋ ਕਿ ਚਿੰਤਾ ਵਧਾ ਰਹੀਆਂ ਆ, ਘਟਾ ਨਹੀਂ ਰਹੀਆਂ, ਕਿਉਂਕਿ ਇਹ ਕੇਸ ਲਗਾਤਾਰ ਵੱਧ ਰਹੇ ਆ। ਪਰ ਇਹਦੇ ਨਾਲ ਜੇ ਆਪਾਂ ਦੇਖਿਆ ਜਾਵੇ, ਜਿਹੜੀ ਇਹਨਾਂ ਦੇ ਅੰਕੜਿਆਂ ਦੀ ਗੱਲ ਆ, ਤੇ ਇਹਨਾਂ ਨੇ
6 ਕਰੋੜ ਤੋਂ ਵੱਧ ਟੈਸਟ ਕੀਤੇ ਆ 6 ਕਰੋੜ ਤੇ 6 ਕਰੋੜ ਤੋਂ ਵੱਧ ਟੈਸਟ ਕਰਤੇ ਆ ਅੱਜ ਤੱਕ ਜੀ। ਪਰ ਹੁਣ ਜੇ 6 ਕਰੋੜ ਕਰਦੇ ਆ ਟੈਸਟ ਤੇ 130 ਕਰੋੜ ਜਨਤਾ ਆਪਣੀ ਜੀ, ਇਹ ਟੈਸਟਿੰਗ ਕਿੰਨੀ ਦੂਰ ਜਾਊਗੀ 20 ਸਾਲਾਂ ਚ ਕਰ ਲਾਂਗੇ, ਕੋਈ ਗੱਲ ਨਹੀਂ। 20 ਸਾਲ 'ਚ ਵੀ ਕਰ ਲੈਣ ਤਾਂ ਵੀ ਮੈਂ ਕਹਿੰਦਾ ਬਹੁਤ ਆ। ਜੇ ਟੈਸਟਿੰਗ ਕਰੂਗੇ ਤਾਂ ਹੀ ਨਿਕਲੂਗੇ, ਪਤਾ ਲੱਗੂਗੇ। ਪਰ ਇਹਨਾਂ ਦੀ ਰੋਜ਼ਾਨਾ ਦੀ ਟੈਸਟਿੰਗ ਜਿਹੜੀ ਹੈ ਨਾ ਉਹ ਵੀ 11-12 ਲੱਖ ਦੀ ਆ ਜੀ। ਰੋਜ਼ਾਨਾ ਟੈਸਟਿੰਗ ਕਰਦੇ ਆ। ਪਰ ਜਿਹੜਾ ਮੌਤਾਂ ਦਾ ਅੰਕੜਾ ਔਰ ਕੇਸਾਂ ਦਾ ਅੰਕੜਾ ਵਧਣਾ, ਇਹ ਚਿੰਤਾ ਦਾ ਭਾਰੀ ਚਿੰਤਾ ਦਾ ਵਿਸ਼ਾ ਆ। ਇਹਦੇ ਵਿੱਚ ਜੇ ਆਪਾਂ ਦੇਖਿਆ ਜਾਵੇ 52 ਲੱਖ ਦੇ ਵਿੱਚੋਂ 41 ਲੱਖ ਬੰਦੇ ਜਿਹੜੇ ਆ ਮਰੀਜ਼ ਉਹ ਠੀਕ ਹੋ ਚੁੱਕੇ, ਠੀਕ ਵੀ ਹੋ ਚੁੱਕੇ। ਐਕਟਿਵ ਕੇਸ ਜਿਹੜੇ ਆ ਉਹ 10 ਲੱਖ ਆ। ਵੀ ਜੇ ਤੁਹਾਡੇ ਕੋਲ ਇੰਨੇ ਅੰਕੜੇ ਹੈਗੇ ਆ, ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜੇ ਤੁਹਾਡੇ ਕੋਲ ਇੰਨੇ ਅੰਕੜੇ ਆ, ਵੀ ਇੰਨੇ ਠੀਕ ਹੋ ਗਏ ਆ, ਤਾਂ ਤੁਸੀਂ 52 ਲੱਖ ਨੂੰ ਕਿਉਂ ਪੇਸ਼ ਕਰਦੇ ਮੋਰੇ? ਜੀ, ਲੋਕਾਂ ਦੇ ਵਿੱਚ ਕਿਉਂ ਡਰ ਪੈ ਪਾਉਂਦੇ ਆ? ਡਰ ਤੇ ਲੋਕਾਂ ਚ ਘਟ ਗਿਆ। ਤੁਸੀਂ ਉਹਨੂੰ ਐਕਟਿਵ ਕੇਸ ਕਰੋ ਨਾ। ਜਿਹੜੇ ਬੰਦੇ ਨਹੀਂ, ਠੀਕ ਆ ਤੁਹਾਡੀ ਗੱਲ, ਵੀ ਲੋਕਾਂ ਦੇ ਵਿੱਚ ਡਰ ਘਟ ਗਿਆ ਆ, ਪਰ ਫਿਰ ਵੀ ਕਿਤੇ ਨਾ ਕਿਤੇ ਮਨ 'ਚ ਜ਼ਰੂਰ ਹੈਗਾ। ਆਪਣੇ ਪਰਿਵਾਰ ਨੂੰ ਲੈ ਕੇ, ਆਪਣਿਆਂ ਨੂੰ ਲੈ ਕੇ ਤੁਸੀਂ ਦੇਖੋ, ਜੇ ਕਿਸੇ ਦਾ ਨਾ 2-4 ਦਿਨ ਫੋਨ ਨਾ ਆਵੇ ਤਾਂ ਉਹਨੂੰ ਫੋਨ ਕਰਕੇ ਪੁੱਛੂਗਾ ਕਿੱਦਾਂ ਵੀ ਠੀਕ ਆ ਯਾਰ, ਤੇਰਾ ਫੋਨ ਨਹੀਂ ਆਇਆ। ਮਤਲਬ ਚਿੰਤਾ ਜ਼ਰੂਰ ਹੈਗੀ ਆ, ਡਰ ਹੈ ਨਹੀਂ। ਡਰ ਦੇ ਘਟਣ ਤੋਂ ਮੇਰੇ ਕਹਿਣ ਦਾ ਭਾਵ ਇਹ ਨਹੀਂ ਸੀਗਾ ਕਿ ਲੋਕਾਂ ਨੂੰ ਡਰ ਨਹੀਂ ਲੱਗਦਾ, ਡਰ ਤਾਂ ਲੱਗਦਾ, ਪਰ ਹੁਣ ਲੋਕ ਕੁਝ ਮਹੀਨੇ ਘਰ ਰਹਿ ਕੇ ਤੰਗ ਵੀ ਨੇ, ਹੁਣ ਕਰਨ ਵੀ ਕੀ ਤੇ ਕੀਤਾ ਵੀ ਕੀ। ਗੱਲ ਤੇ ਇਹ ਆ ਵੀ ਇੰਨਾ ਚਿਰ ਅੰਦਰ ਬੈਠਿਆ ਵੀ ਨਹੀਂ ਜਾਂਦਾ। ਡਰ ਥੋੜਾ ਕਹਿਣ ਦਾ ਭਾਵ ਡਰ ਠੀਕ ਹੈ ਵੀ ਡਰ ਖਤਮ ਹੋ ਗਿਆ, ਚਿੰਤਾ ਜ਼ਰੂਰ ਹੈਗੀ ਜੀ। ਚਿੰਤਾ ਜ਼ਰੂਰ ਹੈਗੀ, ਆਪਣਿਆਂ ਦੀ ਚਿੰਤਾ, ਆਪਣੇ ਪਰਿਵਾਰ ਦੀ, ਆਪਣੇ ਰਿਸ਼ਤੇਦਾਰਾਂ ਦੀ, ਆਪਣੇ ਨੇੜਲੇ ਫਰੈਂਡ ਸਰਕਲ ਦੇ ਵਿੱਚ ਚਿੰਤਾ ਜ਼ਰੂਰ ਹੈਗੀ ਆ। ਪਰ ਇਹ ਚਿੰਤਾ ਕਰਨੀ ਵੀ ਚਾਹੀਦੀ ਆ, ਤਾਂ ਹੀ ਹੱਲ ਆ। ਸਰਕਾਰਾਂ ਦੇ ਜੇ ਆਪਾਂ ਛੱਡ ਦਈਏ ਨਾ ਤਾਂ ਫਿਰ ਆਪਾਂ ਨੂੰ ਇਹ ਚਿੰਤਾ ਹੋਰ ਵਧਾਉਣ ਵਾਲੀ ਗੱਲ ਹੋਊਗੀ, ਘਟਣ ਵਾਲੀ ਗੱਲ ਹੈ ਨਹੀਂ। ਜੇ ਆਪਾਂ ਕਹਾਂ ਵੀ ਸਰਕਾਰ ਇਹਦੇ ਲਈ ਕੁਝ ਕਰੂਗੀ, ਉਹ ਤਾਂ ਵੱਖਰੀ ਗੱਲ ਹੈ। ਵੀ ਚੀਨ ਨੇ ਵੀ ਅੱਜ ਕਹਿ ਦਿੱਤਾ ਵੀ ਸਾਡੀ ਜਿਹੜੀ ਵੈਕਸੀਨ ਆ ਉਹ ਨਵੰਬਰ 'ਚ ਆ ਰਹੀ ਆ। ਸ਼ੇਰਗਿੱਲ ਸਾਹਿਬ, ਜੇ ਆਪਾਂ ਇੱਕ ਮੋੜ ਕੱਟੀਏ ਜਰਾ ਬੰਬੇ ਵੱਲ, ਜੀ, ਬਾਲੀਵੁੱਡ ਦੀ ਗੱਲ ਕਰੀਏ ਤੇ ਉਧਰ ਵੀ ਬੜਾ ਰੌਲਾ ਪਿਆ ਹੋਇਆ। ਸ਼ੁਰੂ ਤੇ ਗੱਲ ਕਿਤੇ ਹੋਰ ਹੋਈ ਸੀ, ਇੱਕ ਨੌਜਵਾਨ ਅਦਾਕਾਰਾ ਦੀ ਮੌਤ ਤੋਂ ਗੱਲ ਸ਼ੁਰੂ ਹੋਈ ਸੀ, ਤੇ ਹੁਣ ਉਹ ਕਰਦਿਆਂ ਤੁਰਦਿਆਂ ਹਿਮਾਚਲ ਵੀ ਗਾਹ ਆਈ ਆ, ਤੇ ਹੁਣ ਉੱਥੋਂ ਦੇ ਇੱਕ ਸਾਡੀ ਹੋਰ ਐਕਟਰ ਨੇ ਕੰਗਣਾ ਰਾਣਾਵਤ, ਉਹ ਤੋਂ ਲੈ ਕੇ ਕੱਲ ਸੰਸਦ 'ਚ ਵੀ ਗੱਲ ਹੋਈ, ਜਯਾ ਬੱਚਨ ਤੱਕ ਪਹੁੰਚੀ ਹੈ, ਤੇ ਹਰ ਕੋਈ ਇੱਕ ਦੂਜੇ ਨੂੰ ਲਾਮੇ ਦੇ ਰਿਹਾ। ਤੇ ਉੱਥੇ ਕੁਝ ਜੋ ਨਸ਼ੇ ਦਾ ਵਪਾਰ ਆ ਉਹਦੇ ਤੇ ਵੀ ਗੱਲ ਚੱਲ ਰਹੀ ਆ, ਤੇ ਨਸ਼ੇ ਦੀ ਗੱਲ ਤੇ ਉੱਥੇ ਪਹਿਲਾਂ ਵੀ ਕਈ ਵਾਰ ਚੱਲਦੀ ਰਹਿੰਦੀ ਆ। ਤੇ ਉੱਥੇ ਮੈਨੂੰ ਲੱਗਦਾ ਕਿ ਨਸ਼ੇ ਦਾ ਪ੍ਰਚਾਰ ਹੈ। ਤੇ ਕੀ ਹੈ ਇਹ ਸਾਰਾ ਮਸਲਾ? ਇਹਨੂੰ ਮੈਂ ਕਰੋਨਾ ਨਾਲ ਹੀ ਜੋੜ ਕੇ ਦੇਖਾਂਗਾ ਭਾਜੀ। ਜੇ ਕਰੋਨਾ ਦਾ ਇੱਕ ਪਾਸੇ ਕਹਿਰ ਵੱਧ ਰਿਹਾ ਤਾਂ ਉਹਦੇ ਬਾਰੇ ਚਿੰਤਾ ਹੈ ਨਹੀਂ, ਪਰ ਚਿੰਤਾ ਪੈ ਰਹੀ ਆ ਵੀ ਬਾਲੀਵੁੱਡ 'ਚ ਡਰੱਗਸ ਚੱਲ ਰਿਹਾ, ਜਿਹੜੇ ਕਿ ਅੱਜ ਦਾ ਨਹੀਂ ਪੁਰਾਣਾ ਹੀ ਚੱਲ ਰਿਹਾ ਆ ਜੀ। ਤੇ ਜੇ ਹੁਣ ਆ ਕੇ ਨਸ਼ਰ ਹੋ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਇਹਨੂੰ ਇੰਨਾ ਹਾਈਪ ਉਹਨੇ ਉਛਾਲ ਦਿਓ ਵੀ ਜਿਹੜੇ ਲੋਕਾਂ ਨੂੰ ਇੱਧਰੋਂ ਧਿਆਨ ਵਟਾ ਕੇ, ਸਿਹਤ ਸਹੂਲਤਾਂ ਵੱਲ ਧਿਆਨ ਵਟਾ ਕੇ ਦੂਜੇ ਪਾਸੇ ਧਿਆਨ ਚੱਲ ਜਾਵੇ। ਸਾਡੀਆਂ ਸਰਕਾਰਾਂ ਨੂੰ ਜੋ ਕਰਨਾ ਚਾਹੀਦਾ ਉਹ ਨਹੀਂ ਉਹ ਕਰ ਰਹੀਆਂ, ਤੇ ਇਸ ਨੂੰ ਅਸੀਂ ਪੋਲੀਟੀਕਲ ਭਾਸ਼ਾ ਚ ਕਈ ਵਾਰ ਆਈ ਵਾਸ਼ ਵੀ ਕਹਿੰਦੇ ਆ। ਦਿਖਾ ਕੁਝ ਹੋਰ ਰਹੇ ਨੇ, ਕਰ ਕੁਝ ਹੋਰ ਰਹੇ ਨੇ। ਕੁਝ ਹੋਰ ਗੱਲਾਂ ਕਰਦੇ ਆ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਅਸੀਂ ਗੱਲ ਕਰਦੇ ਸੀ ਬਾਲੀਵੁੱਡ ਵਿੱਚ ਜੋ ਹੋ ਰਿਹਾ, ਕੰਗਣਾ ਰਣਾਵਤ ਤੇ ਕੁਝ ਉਹਦੇ ਤੇ ਸੰਸਦ ਤੇ ਵੀ ਕੱਲ ਗੱਲਬਾਤ ਹੋਈ। ਇਹ ਜਿਹੜਾ ਉੱਥੇ ਨਸ਼ੇ ਦਾ ਰੌਲਾ ਆ, ਤੇ ਇਹ ਤੁਸੀਂ ਗੱਲ ਕਰਦੇ ਸੀ, ਇਹਦੇ ਬਾਰੇ ਆਪਾਂ ਕਰੀਏ। ਦੇਖੋ, ਸੁਸ਼ਾਂਤ ਸਿੰਘ ਰਾਜਪੂਤ ਇੱਕ ਉੱਭਰਦਾ ਅਦਾਕਾਰ ਸੀ ਜੀ, ਔਰ ਬੜੀ ਛੇਤੀ ਉਹਨੇ ਤਰੱਕੀ ਕੀਤੀ ਹਾਈ ਲੈਵਲ ਤੇ। ਉਹਦੇ ਖੁਦਕੁਸ਼ੀ ਕੀਤਿਆਂ ਨੂੰ 3 ਮਹੀਨੇ 2.5-3 ਮਹੀਨੇ ਹੋ ਗਏ ਆ ਜੀ। ਉਹ ਮੁੱਦਾ ਹੀ ਛੱਡ ਗਏ, ਉਹਨੂੰ ਇਨਸਾਫ ਦੀ ਗੱਲ ਲੈ ਕੇ ਚੱਲੀ ਸੀ ਵੀ ਉਹਨੂੰ ਇਨਸਾਫ ਦਿੱਤਾ ਜਾਵੇ ਵੀ ਉਹਦੀ ਮੌਤ ਹੋਈ ਤਾਂ ਕਿਵੇਂ ਹੋਈ, ਕੌਣ ਜ਼ਿੰਮੇਵਾਰ ਸੀਗਾ। ਉਸ ਮੁੱਦੇ ਨੂੰ ਹੀ ਇੱਕ ਪਾਸੇ ਲੈ ਕੇ ਧਕੇਲ ਦਿੱਤਾ ਗਿਆ, ਤੇ ਗੱਲ ਨਵੀਂ ਰੋਜ਼ ਨਿਕਲੀ ਆ ਰਹੀ ਆ। ਹੁਣ ਮੁੱਕਦੀ ਗੱਲ ਆ ਗਈ ਵੀ ਬਾਲੀਵੁੱਡ 'ਚ ਡਰੱਗਸ ਆ ਗਏ ਆ ਜੀ, ਜਿਹਦੇ ਲਈ ਸ਼ੁਰੂਆਤ ਕੰਗਣਾ ਰਣੌਤ ਨੇ ਇਹੀ ਕੀਤਾ ਸੀਗਾ ਵੀ ਜੇ ਮੈਂ ਬੋਲਾਂ ਤੇ ਪਤਾ ਨਹੀਂ ਕਿੰਨੇ ਕੁ ਰਾਜ ਉਗੜ ਆਉਣਗੇ ਬਾਹਰ ਜੀ, ਕਿੰਨੇ ਕੁ ਰਾਜ ਜਗ ਜ਼ਾਹਰ ਹੋ ਜਾਣਗੇ। ਔਰ ਉਹਦੇ ਵਿੱਚ ਜਿਹੜੀ ਉਹਦੀ ਸੁਸ਼ਾਂਤ ਸਿੰਘ ਰਾਜਪੂਤ ਦੀ ਜਿਹੜੀ ਫਰੈਂਡ ਸੀ ਰੀਆ ਚੱਕਰਵਰਤੀ, ਉਹਨੇ ਵੀ 20-25 ਜਿਹੜੇ ਇਹੋ ਜਿਹੇ ਸਟਾਰਾਂ ਦੇ ਨਾਂ ਲਏ ਆ ਜਿਹੜੇ ਗੱਲ ਡਰੱਗਸ ਨੂੰ ਲੈ ਕੇ ਜੁੜੇ ਆ ਜੀ। ਹੁਣ ਗੱਲ ਤਾਂ ਚੱਲੀ ਸੀ ਵੀ ਉਹ ਸੁਸ਼ਾਂਤ ਰਾਜਪੂਤ ਨੂੰ ਇਨਸਾਫ ਦਿਵਾਉਣ ਦੀ, ਬੈਨਰ ਕਈ ਲੱਗੇ, ਲੋਕਾਂ ਨੇ ਪ੍ਰਦਰਸ਼ਨ ਵੀ ਕਈ ਥਾਵਾਂ 'ਤੇ ਕੀਤੇ, ਕਈਆਂ ਨੇ ਇੱਕ ਪ੍ਰਗਟਾਵਾ ਵੀ ਕੀਤਾ ਗੁੱਸੇ ਦਾ ਵੀ ਇਹੋ ਜਿਹੇ ਉੱਭਰਦੇ ਕਲਾਕਾਰ ਨੂੰ ਕਿਵੇਂ ਮਰ ਗਿਆ ਤੇ ਕਿਵੇਂ ਹੋਈ ਇਹ, ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ। ਉਹ ਗੱਲ ਸਾਰੀ ਡਾਈਵਰਟ ਹੋ ਕੇ ਸਾਰਾ ਹੀ ਬਦਲ ਕੇ ਆ ਗਈ ਆ ਮੁੜ ਕੇ ਮੁੱਦੇ ਤੇ ਇਹ ਡਰੱਗਸ ਦੇ ਜੀ। ਡਰੱਗਸ ਦੇ ਕਿ ਰਾਜਨੀਤੀ ਦੇ ਮੁੱਦੇ ਤੇ ਆ ਗਈ, ਡਰੱਗਸ ਤੋਂ ਫਿਰ ਰਾਜਨੀਤੀ ਚੱਲ ਗਈ ਜੀ। ਉਸ ਮੁੱਦੇ ਤੋਂ ਆ ਕੇ ਡਰੱਗਸ ਤੇ ਆਈ ਆ, ਡਰੱਗਸ ਦਾ ਪਰਦਾ ਖੁੱਲ੍ਹਾ ਹੁਣ ਉਹ ਰਾਜਨੀਤੀ ਆ ਗਈ ਵਿੱਚ ਉਹਦੇ। ਹੁਣ ਤਾਂ ਇਹ ਮਹਾਰਾਸ਼ਟਰ ਦੀ ਸਰਕਾਰ ਤੇ ਸੈਂਟਰ ਸਰਕਾਰ ਦੇ ਵਿੱਚ ਹੀ ਆ ਗਈ, ਕਿਤੇ ਦੋਨਾਂ ਦੇ ਵਿੱਚ ਚੱਲ ਗਿਆ। ਉੱਥੇ ਸ਼ਿਵ ਸੈਨਾ ਆ, ਉਹ ਸ਼ਿਵ ਸੈਨਾ ਦੇ ਪਹਿਲਾਂ ਕੰਗਣਾ ਰਣੌਤ ਸੀਗੀ ਆਮੋ ਸਾਹਮਣੇ। ਹੁਣ ਜੇ ਆਪਾਂ ਦੇਖੀਏ ਸੰਸਦ ਦੇ ਵਿੱਚ ਜਯਾ ਬੱਚਨ ਤੇ ਉਹ ਰਵੀ ਕਿਸ਼ਨ, ਇੱਕ ਜਿਹੜਾ ਭੋਜਪੁਰੀ ਜਿਹੜਾ ਐਕਟਰ ਆ, ਹਿੰਦੀ ਫਿਲਮਾਂ 'ਚ ਵੀ ਬਹੁਤ ਵਧੀਆ ਐਕਟਿੰਗ ਕਰਦਾ, ਉਹ ਇਹਨਾਂ ਦੋਨਾਂ 'ਚ ਆ ਕੇ ਇਹ ਇੱਕ ਟਸਲ ਬਣ ਗਈ ਆ। ਭਾਵ ਕੀ ਆ ਵੀ ਬਾਲੀਵੁੱਡ ਵੀ ਹੁਣ ਡਰੱਗਸ ਦੇ ਮਾਮਲੇ ਨੂੰ ਲੈ ਕੇ ਵੰਡਿਆ ਗਿਆ ਜੀ।
ਕੱਲ ਦੀ ਗੱਲ ਸੀ ਕਿ ਘੱਟੋ ਘੱਟ 2500 ਲੋਕਾਂ ਨੇ ਜਿਹੜੇ ਬਾਲੀਵੁੱਡ ਨਾਲ ਜੁੜੇ ਆ, ਕੁਝ ਐਕਟਰ ਆ, ਕੁਝ ਉਹਦੇ ਨਾਲ ਕੰਮ ਕਰਦੇ ਆ, ਉਹਨਾਂ ਨੇ ਇੱਕ ਪੱਤਰ ਲਿਖ ਦਿੱਤਾ ਸੀ ਰੀਆ ਚੱਕਰਵਰਤੀ ਦੇ ਹੱਕ 'ਚ ਵੀ ਭਾਈ ਇਹਨੂੰ ਇਨਸਾਫ ਦਿਵਾਉਣਾ ਚਾਹੀਦਾ ਵੀ ਇਹਨੇ ਡਰੱਗਸ ਦਾ ਜਿਹੜਾ ਮਾਮਲਾ ਉਜਾਗਰ ਕੀਤਾ ਆ ਜੀ। ਉਹ ਤੋਂ ਅਗਲੇ ਗੱਲ ਆ ਵੀ ਜਿਹੜੀ ਕੁਝ ਬੰਦੇ ਆ ਉਹ ਜया ਬਚਨ ਦੇ ਹੱਕ 'ਚ ਆ ਗਏ ਆ, ਕੁਝ ਬੰਦੇ ਰਵੀ ਕਿਸ਼ਨ ਦੇ ਹੱਕ 'ਚ ਆ ਗਏ ਆ। ਮਾਮਲਾ ਤਾਂ ਇਹ ਆ ਵੀ ਜੇ ਤੁਸੀਂ ਬਾਲੀਵੁੱਡ ਨੂੰ ਸਾਫ਼ ਸੁਥਰਾ ਕਰਨਾ ਚਾਹੁੰਦੇ ਆ, ਜੇ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਆਹ ਚੱਲਦਿਆ ਸੀਗਾ, ਤੇ ਰਵੀ ਕਿਸ਼ਨ ਕਿਹੜਾ ਵੀ ਅੱਜ ਦਾ ਐਕਟਰ ਆ ਜੀ, ਰੀਆ ਚੱਕਰਵਰਤੀ ਕਿਹੜੀ ਵੀ ਅੱਜ ਬਣੀ ਆ, ਤੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਧਿਆਨ ਕੀਤਾ? ਪਹਿਲਾਂ ਕਿਉਂਕਿ ਕਮਾਈ ਕਰਨੀ ਸੀ ਆਪ। ਰਵੀ ਕਿਸ਼ਨ ਹੁਣ ਇਸ ਵੇਲੇ ਐਕਟਰ ਤੋਂ ਲੈ ਕੇ ਸੰਸਦ ਦੇ ਮੈਂਬਰ ਬਣ ਗਿਆ, ਬਹੁਤ ਫਿਲਮਾਂ ਉਹਨੇ ਕੀਤੀਆਂ, ਬੜਾ ਪੈਸਾ ਕਮਾਇਆ। ਠੀਕ ਹੈ, ਜया बच्चन ਨੇ ਜੋ ਗੱਲ ਸੰਸਦ ਦੇ ਵਿੱਚ ਕਹੀ ਹੈ ਵੀ ਜਿਸ ਥਾਲੀ ਮੇਂ ਖਾਤੇ ਹੋ ਉਸੀ ਮੇਂ ਛੇਦ ਕਰਤੇ ਹੋ, ਗੱਲ ਉਹਨਾਂ ਦੀ ਕਾਫੀ ਹੱਦ ਤੱਕ ਸਹੀ ਲੱਗਦੀ ਆ ਵੀ ਜਿੱਥੋਂ ਤੁਸੀਂ ਖਾਂਦੇ ਰਹੇ, ਜਿੱਥੋਂ ਤੁਹਾਨੂੰ ਨਾਂ ਮਿਲਿਆ, ਜਿੱਥੋਂ ਤੁਹਾਨੂੰ ਮਸ਼ਹੂਰੀ ਮਿਲੀ, ਪ੍ਰਸਿੱਧੀ ਮਿਲੀ, ਜਿੱਥੋਂ ਤੁਹਾਨੂੰ ਲੋਕ ਜਾਣਨ ਲੱਗੇ, ਤੁਸੀਂ ਉਹਨਾਂ ਤੇ ਹੀ ਇਸ ਕਦਰ ਉਂਗਲ ਉਠਾ ਰਹੇ ਆ ਵੀ ਤੁਸੀਂ ਸਾਰੇ ਬਾਲੀਵੁੱਡ ਨੂੰ ਹੀ ਲਪੇਟਤਾ ਜੀ। ਠੀਕ ਹੈ, ਉਹਨਾਂ ਦੇ ਵਿੱਚ ਕੋਈ ਬੰਦੇ ਹੋ ਸਕਦੇ ਆ, ਕਿਉਂਕਿ ਉੱਥੇ ਜਿਹੜੀਆਂ ਪਾਰਟੀਆਂ ਹੁੰਦੀਆਂ ਉੱਥੇ ਨੈਚੁਰਲੀ ਆ ਵੀ ਜੋ ਸੁਣਨ ਦੇਖਣ 'ਚ ਆਇਆ ਆ, ਪੜ੍ਹਨ 'ਚ ਆਇਆ ਵੀ ਉੱਥੇ ਚੱਲਦਾ ਹੀ ਆ ਡਰੱਗਸ। ਬਿਲਕੁਲ ਵੀ ਜੇ ਤੁਸੀਂ ਵੀ ਤਾਂ ਉਸ ਡਰੱਗਸ ਦੇ ਵਿੱਚ ਹਿੱਸਾ ਰਹੇ ਹੋਗੇ ਕਿਤੇ ਨਾ ਕਿਤੇ ਜਾ ਕੇ, ਉਦੋਂ ਕਿਉਂ ਨਹੀਂ ਬੋਲੇ? ਉਦੋਂ ਤੁਹਾਨੂੰ ਫਿਲਮਾਂ 'ਚ ਰੋਲ ਦੀ ਆਫਰ ਦੀ ਗੱਲ ਚੱਲਦੀ ਸੀ ਵੀ ਮੈਨੂੰ ਫਿਲਮ ਨਹੀਂ ਮਿਲਣੀ ਜੇ ਮੈਂ ਉਜਾਗਰ ਕਰਤਾ ਨਾ। ਜੇ ਅਸੀਂ ਗੱਲ ਡਰੱਗਸ ਦੀ ਕਰੀਏ ਜਾਂ ਤੇ ਉਸ ਕਿਸੇ ਵੀ ਇੱਕ ਚੀਜ਼ ਨੂੰ ਲੈ ਕੇ ਆਪਾਂ ਸਾਰੇ ਦੇ ਸਾਰੇ ਫਿਲਮੀ ਸਮਾਜ ਨੂੰ ਬੁਰਾ ਨਹੀਂ ਕਹਿ ਸਕਦੇ। ਚੰਗੇ ਲੋਕ ਸਾਰੇ ਬਾਲੀਵੁੱਡ ਨੂੰ ਬਦਨਾਮ ਕਰਨਾ ਤੇ ਇਹ ਗਲਤ ਗੱਲ ਹੈ। ਚੰਗੀਆਂ ਫਿਲਮਾਂ ਵੀ ਬਣਦੀਆਂ ਨੇ ਸਾਡੇ ਲਈ, ਉਹ ਮਾਰਗਦਰਸ਼ਕ ਸਮਾਜ ਸੁਧਾਰਕ ਫਿਲਮਾਂ ਵੀ ਆ, ਔਰਤਾਂ ਤੇ ਫਿਲਮਾਂ ਵੀ ਆ, ਸਰਕਾਰਾਂ ਤੇ ਫਿਲਮਾਂ ਆ, ਜੋ ਕੁਝ ਵਾਪਰਦਾ ਕਈਆਂ ਦੇ ਬਾਇਓਪਿਕ ਬਣੀਆਂ ਫਿਲਮਾਂ, ਬਹੁਤ ਅੱਛੇ ਕੰਮ ਕੀਤੇ ਆ। ਫਿਰ ਭਾਰਤ ਭਾਗ ਲੜਾਈ ਦੀ ਜਵਾਨਾਂ ਦੇ ਫਿਲਮਾਂ ਬਣੀਆਂ, ਜੇ ਉਹਨੂੰ ਆਪਾਂ ਸਾਰੇ ਬਾਲੀਵੁੱਡ ਨੂੰ ਲਪੇਟਦੀ ਹੈ ਵੀ ਸਾਰੇ ਬਾਲੀਵੁੱਡ ਹੀ ਡਰੱਗਸ ਵਾਲਾ ਮਾਮਲਾ ਆ, ਤੇ ਇਹ ਤਾਂ ਗੱਲ ਕਿਤੇ ਜਾਇਜ਼ ਲੱਗਦੀ ਨਹੀਂ ਹੈਗੀ ਆ। ਰਵੀ ਕਿਸ਼ਨ ਨੇ ਠੀਕ ਹੈ ਮਾਮਲਾ ਉਠਾਇਆ, ਪਰ ਇਹ ਢੁਕਵਾਂ ਸਮਾਂ ਕਿਉਂ ਉਠਾਇਆ ਵੀ ਜਦੋਂ ਸੁਸ਼ਾਂਤ ਰਾਜਪੂਤ ਦਾ ਮਾਮਲਾ ਚੱਲਿਆ, ਕੰਗਣਾ ਰਣਾਵਤ ਦੀ ਜਿਹੜੀ ਸ਼ਿਵ ਸੈਨਾ ਦੀ ਨਾਲ ਟਸਲ ਚੱਲੀ, ਹੁਣ ਉਠਾਉਣ ਦਾ ਜਿਹੜਾ ਮਾਮਲਾ ਸੀ ਉਹ ਕਿਉਂ ਇਹਨਾਂ ਨੇ ਉਚਿਤ ਸਮਝਿਆ? ਕਿਤੇ ਨਾ ਕਿਤੇ ਮੁੱਦਿਆਂ ਨੂੰ ਭਟਕਾਉਣ ਦਾ ਜਿਹੜਾ ਕੰਮ ਸਾਰਾ ਕੰਮ ਜਿਹੜਾ ਆ ਇਹ ਸਿਆਸਤ ਹੀ ਚੱਲਦੀ ਇਦਾਂ ਆ, ਇੱਕ ਮੁੱਦੇ ਤੋਂ ਭਟਕਾ ਕੇ ਦੂਜੇ ਨੂੰ ਲੈ ਜਾਓ, ਲੋਕ ਭੁੱਲ ਜਾਣ ਜੀ ਕੋਈ ਸੁਸ਼ਾਂਤ ਰਾਜਪੂਤ ਵੀ ਸੀਗਾ ਕੋਈ। ਗੱਲ ਤਾਂ ਹੁਣ ਉੱਥੇ ਆ ਗਈ, ਦੇਖੋ ਸੋਸ਼ਲ ਮੀਡੀਆ ਤੇ ਮੀਮ ਬਣਾ ਕੇ, ਔਰ ਜੋ ਲਫ਼ਜ਼ ਇਸ ਵੇਲੇ ਕੰਗਣਾ ਰਣਾਵਤ ਚਾਹੇ ਕਿਸੇ ਔਰਤ ਲਈ ਬੋਲ ਰਹੀ ਆ, ਚਾਹੇ ਕਿਸੇ ਮਰਦ ਲਈ ਬੋਲ ਰਹੀ ਆ, ਉਹ ਸ਼ਬਦ ਮੈਨੂੰ ਨਹੀਂ ਮੈਚ ਪਏ ਇੱਕ ਸੱਭਿਅਕ ਸਮਾਜ ਲਈ ਚਾਹੀਦੇ ਆ। ਜੋ ਉਹਨੇ ਉਰਮਿਲਾ ਮਾਤੋਂਡਕਰ ਲਈ ਸ਼ਬਦ ਵਰਤੇ ਆ, ਮੈਂ ਕਹਿਣਾ ਨਹੀਂ ਚਾਹੂੰਗਾ, ਪਰ ਉਹ ਸ਼ਬਦ ਜੇ ਆਮ ਜ਼ਿੰਦਗੀ 'ਚ ਕਿਸੇ ਨੇ ਵਰਤੇ ਹੁੰਦੇ, ਜੇ ਕੰਗਣਾ ਰਣਾਵਤ ਤੇ ਨਾ ਛਤਰ ਛਾਇਆ ਹੁੰਦੀ ਜੀ, ਤਾਂ ਮੇਰੇ ਖਿਆਲ ਵੀ ਉਸ ਸ਼ਬਦ ਦੇ ਵਿੱਚ ਹੀ ਉੱਤੇ ਕੇਸ ਹੋ ਸਕਦਾ ਸੀ। ਕਿਸੇ ਨੂੰ ਇਸ ਤਰੀਕੇ ਨਾਲ ਸਿੱਧਾ ਕਹਿ ਦੇਣ, ਉਹ ਵੀ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਰਿਕਾਰਡ ਬਣ ਜਾਂਦਾ, ਲੋਕਾਂ ਨੇ ਪਤਾ ਨਹੀਂ ਕਿੰਨੇ ਉਹਨੂੰ ਸਕਰੀਨਸ਼ਾਟ ਲੈ ਕੇ ਉਹਦੇ ਕੱਟ ਕੇ ਮੀਮ ਬਣਾ ਕੇ ਗਾਹਾਂ ਵਾਇਰਲ ਕੀਤੇ ਹੋਣਗੇ ਜੀ। ਇਹ ਤਾਂ ਇੱਕ ਹੱਦ 'ਚ ਰਹਿਣਾ ਚਾਹੀਦਾ। ਠੀਕ ਹੈ, ਤੁਸੀਂ ਬੋਲਣ 'ਚ ਮੂੰਹ ਫਟਿਆ, ਉਹ ਕੰਗਣਾ ਰਣੌਤ ਹੈ ਹੀ ਮੂੰਹ ਫਟਿਆ, ਜੇ ਤੁਸੀਂ ਬੋਲਣ 'ਚ ਮੂੰਹ ਫਟਿਆ ਤੇ ਤੁਸੀਂ ਇਹ ਦੇਖੋ ਵੀ ਬੋਰੇ ਜਿਹਨੂੰ ਬੋਲ ਰਹੇ ਉਹ ਵੀ ਤੇ ਇੱਕ ਔਰਤ ਆ। ਤੁਸੀਂ ਸੋਨੀਆ ਨੂੰ ਤਾਂ ਕਹਿ ਰਹੇ ਆ ਵੀ ਮੇਰੇ ਨਾਲ ਜੋ ਸ਼ਿਵ ਸੈਨਾ ਨੇ ਕੀਤਾ, ਤੁਹਾਡੀ ਸਰਕਾਰ ਨੇ ਕੀਤਾ, ਤੁਸੀਂ ਚੁੱਪ ਰਹੇ ਆ, ਤੁਸੀਂ ਬਰਦਾਸ਼ਤ ਕਿਵੇਂ ਕਰ ਲਿਆ? ਜੇ ਤੁਸੀਂ ਔਰਤ ਆ ਤੇ ਤੁਸੀਂ ਰੀਆ ਦੇ ਖਿਲਾਫ ਬੋਲ ਰਹੇ ਆ, ਤਾਂ ਰੀਆ ਵੀ ਤਾਂ ਔਰਤ ਆ। ਬੇਬਾਕ ਹੋਣਾ ਜਾਂ ਮੂੰਹ ਫਟ ਹੋਣਾ, ਉਹਨੂੰ ਅਲੱਗ-ਅਲੱਗ ਗੱਲਾਂ ਨੇ, ਇੱਕ ਹੱਦ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਆ। ਵੀ ਜੇ ਤੁਸੀਂ ਕਿਸੇ ਦੇ ਖਿਲਾਫ ਵੀ ਬੋਲਦੇ ਆ, ਰੀਆ ਵੀ ਇੱਕ ਔਰਤ ਹੈ, ਜੇ ਤੁਸੀਂ ਉਹਨੂੰ ਇਸ ਤਰੀਕੇ ਇਸ ਹੱਦ ਤੱਕ ਉਹਨੂੰ ਬਣਾਤਾ ਵੀ ਉਹੀ ਸਾਰੀ ਪੂਰੀ ਤਰ੍ਹਾਂ ਦੋਸ਼ੀ ਸੀ ਕਿ ਸੁਸ਼ਾਂਤ ਰਾਜਪੂਤੀ, ਤਾਂ ਫਿਰ ਉਹ ਉੱਥੇ ਤੱਕ ਫਿਰ ਸੋਨੀਆ ਨੂੰ ਆਪਾਂ ਕਿਸ ਮੂੰਹ ਨਾਲ ਕਹਿ ਰਹੇ ਵੀ ਤੁਹਾਨੂੰ ਨਹੀਂ ਪਤਾ ਲੱਗਾ, ਤੁਹਾਡੇ ਦਿਲ 'ਚ ਔਰਤ ਪ੍ਰਤੀ ਸਤਿਕਾਰ ਨਹੀਂ ਆਇਆ ਵੀ ਮੇਰੇ ਨਾਲ ਕੀ ਕੀਤਾ ਉਹਨਾਂ ਨੇ? ਬਾਲੀਵੁੱਡ ਤੋਂ ਵਾਪਸ ਆਈਏ ਤੇ ਕੱਲ ਸਾਡੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਸੀ ਤੇ ਇਤਫਾਕਨ ਹੀ ਕੱਲ ਬੇਰੁਜ਼ਗਾਰੀ ਦਿਵਸ ਵੀ ਸੀ, ਤੇ ਇਹ ਇਤਫਾਕ ਹੀ ਸੀ ਕਿ ਅਚਾਨਕ ਆ ਗਿਆ ਹੈ? ਨਹੀਂ, ਇਹਦੇ ਵਿੱਚ ਮੈਂ ਥੋੜੀ ਜਿਹੀ ਤਰਮੀਮ ਕਰਨੀ ਚਾਹੂੰਗਾ ਵੀ ਪ੍ਰਧਾਨ ਮੰਤਰੀ ਮੋਦੀ ਦਾ ਕੱਲ 70ਵਾਂ ਜਨਮ ਦਿਨ ਸੀ। ਆਪਾਂ ਵੀ ਚਲੋ ਦਰਸ਼ਕਾਂ ਦੇ ਤੌਰ ਤੇ ਉਹਨਾਂ ਨੂੰ ਵਧਾਈ ਦਿੰਦੇ ਆ ਜਨਮ ਦਿਨ ਦੀ, ਪਰ ਬੇਰੁਜ਼ਗਾਰੀ ਦਿਵਸ ਜਿਹੜਾ ਆ ਉਹ ਆਇਆ ਨਹੀਂ, ਨਾ ਹੀ ਕੱਲ ਸੀਗਾ। ਇਹ ਜਿਹੜੇ ਬੇਰੁਜ਼ਗਾਰ ਸਾਡੇ ਜਿਹੜੇ ਨੌਜਵਾਨ ਵਰਗ ਆ, ਉਹਨਾਂ ਨੇ ਇਸ ਜਨਮ ਦਿਨ ਨੂੰ ਬੇਰੁਜ਼ਗਾਰੀ ਦਿਵਸ ਦੇ ਰੂਪ 'ਚ ਮਨਾਇਆ। ਉਹਨਾਂ ਦਾ ਇੱਕ ਭਾਵਨਾ ਪ੍ਰਗਟ ਕੀਤੀ ਵੀ ਤੁਹਾਡੇ 6 ਸਾਲ ਹੋ ਗਏ ਰਾਜ ਨੂੰ, ਤੁਹਾਡੀਆਂ ਨੌਕਰੀਆਂ 2 ਕਰੋੜ ਦੱਸੀਆਂ ਸੀਗੀਆਂ, ਉਹਨਾਂ ਦੇ ਵਿੱਚ ਕਿਹਨੂੰ ਨੌਕਰੀਆਂ ਮਿਲੀਆਂ? ਸਾਡੇ ਵਰਗੇ ਸਰਟੀਫਿਕੇਟ ਲੈ ਕੇ ਬੈਠੇ ਕੱਲ ਪ੍ਰਦਰਸ਼ਨ ਥਾਂ ਤੇ ਹੋਏ ਆ, MA BEd PhD MA MPhil ਐਡੇ ਵੱਡੇ ਡਿਗਰੀਆਂ ਵਾਲੇ ਉਹ ਸਰਟੀਫਿਕੇਟ ਲੈ ਕੇ ਬੈਠੇ ਸੀਗੇ, ਔਰ ਉਹਨਾਂ ਨੇ ਆਪਣੀ ਜਿਹੜੀ ਭਾਵਨਾ ਇਸ ਤਰੀਕੇ ਨਾਲ ਪ੍ਰਗਟਾਈ ਆ ਵੀ ਜਦੋਂ ਆਮ ਹੀ ਗੱਲ ਹੁੰਦੀ ਸੀਗੀ, ਪ੍ਰਧਾਨ ਮੰਤਰੀ ਜਦੋਂ ਵੀ ਕਿਤੇ ਬੋਲਦੇ ਸੀ, ਸੰਬੋਧਨ ਕਰਦੇ ਸੀ ਵੀ ਇੱਕ ਚਾਹ ਵਾਲਾ ਬੰਦਾ ਜਿਹੜਾ ਪ੍ਰਧਾਨ ਮੰਤਰੀ ਬਣ ਸਕਦਾ ਜੀ, ਤਾਂ ਫਿਰ ਉਹ ਕੀ ਨਹੀਂ ਹੋ ਸਕਦਾ। ਤੇ ਜੇ ਪਕੌੜੇ ਤਲਣ ਦੀ ਗੱਲ ਵੀ ਬਹੁਤ ਚਰਚਾ 'ਚ ਰਹੀ ਆ, ਉਸੇ ਨੂੰ ਲੈ ਕੇ ਕੱਲ ਬੇਰੁਜ਼ਗਾਰ ਨੌਜਵਾਨਾਂ ਔਰ ਨੌਜਵਾਨ ਲੜਕੀਆਂ ਨੇ ਸਟਾਲ ਲਾਇਆ, ਬਕਾਇਦਾ ਗੈਸ ਵਗੈਰਾ ਰੱਖਿਆ, ਉੱਥੇ ਹੁਣ ਬ੍ਰੈਡ ਪਕੌੜੇ ਤਲੇ ਆ, ਸਮੋਸੇ ਤਲੇ ਆ, ਪਕੌੜੇ ਤਲੇ ਆ। ਉਹਨਾਂ ਨੇ ਇੱਕ ਆਪਣੀ ਭਾਵਨਾ ਪ੍ਰਗਟਾਈ ਆ ਵੀ ਜੇ ਸਾਨੂੰ
ਇਹ ਤਲਣ ਵਾਸਤੇ ਰੱਖਣਾ ਸੀ ਤੇ ਐਡੇ ਡਿਗਰੀਆਂ ਅਸੀਂ ਕੀ ਕਰਨੀਆਂ ਸੀ ਲੈ ਕੇ। ਇਹਦੇ ਨਾਲ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ, ਪਿਛਲੇ ਹਫਤੇ ਸਰਕਾਰ ਨੇ ਪੰਜਾਬ ਸਰਕਾਰ ਨੇ ਰੋਜ਼ਗਾਰ ਮੇਲਾ ਜਿਹੜਾ ਲਾਉਣਾ ਸ਼ੁਰੂ ਕੀਤਾ ਦੁਬਾਰਾ, ਪਹਿਲਾਂ ਵੀ ਇਹਨਾਂ ਨੇ ਲਾਏ ਸੀ ਕਾਫੀ, ਉਹਦੇ 'ਚ ਇਹਨਾਂ ਨੇ ਕਿਹਾ ਵੀ ਨੌਕਰੀਆਂ ਦੇਵਾਂਗੇ। ਜਲੰਧਰ ਰੋਜ਼ਗਾਰ ਮੇਲਾ ਲਾਇਆ, ਜਲੰਧਰ ਦੀ ਗੱਲ ਆ, ਉੱਥੇ ਕੰਪਨੀਆਂ ਆਈਆਂ ਵੱਡੀਆਂ ਵੱਡੀਆਂ, ਮੁੰਡਿਆਂ ਨੇ, ਨੌਜਵਾਨਾਂ ਨੇ, ਕੁੜੀਆਂ ਨੇ MA MPhil ਪੜ੍ਹਾਈ ਚੰਗੀ ਕੀਤੀ ਆ ਜੀ। ਉੱਥੇ ਕੰਪਨੀਆਂ ਉਹਨਾਂ ਨੂੰ ਕੀ ਕਹਿੰਦੀਆਂ ਵੀ ਠੀਕ ਆ, ਤੁਸੀਂ ਸਾਡੀ ਜਿਹੜੀ ਆਹ ਪ੍ਰੋਡਕਟ ਆ ਇਹਨੂੰ ਤੁਸੀਂ ਫੁੱਟਪਾਥਾਂ 'ਤੇ ਲਿਜਾ ਕੇ ਛਤਰੀ ਲਾ ਕੇ ਬਹਿ ਜਾਓ, ਵੇਚੋ ਤੇ ਤੁਹਾਨੂੰ ਅਸੀਂ ਇੰਨੀ ਤਨਖਾਹ ਦੇਵਾਂਗੇ ਜੀ। ਐਡੇ ਪੜ੍ਹਾਈ ਕਰਕੇ ਐਡੀ ਡਿਗਰੀਆਂ ਲੈ ਕੇ ਉਹ ਬੰਦਾ ਫੁੱਟਪਾਥ 'ਤੇ ਛਤਰੀ ਲੈ ਕੇ ਬੈਠੇਗਾ ਤੇ ਉਹਦੇ ਲਈ ਕੀ ਉਹਦੀ ਮਨੋਦਸ਼ਾ ਕੀ ਹੋਊਗੀ। ਮਤਲਬ ਕੰਪਨੀਆਂ ਉਹਨੂੰ ਸੇਲਸਮੈਨ ਬਣਾ ਰਹੀਆਂ। ਸੇਲਸਮੈਨ ਬਣਾ ਰਹੀਆਂ। ਫਿਰ ਇੱਕ ਇੰਸ਼ੋਰੈਂਸ ਕੰਪਨੀ ਸੀਗੀ, ਉਹ ਨੌਜਵਾਨਾਂ ਨੂੰ ਕਹਿੰਦੀ ਵੀ ਭਾਈ ਤੁਸੀਂ 1 ਮਹੀਨੇ ਦਾ 40,000 ਦਾ ਸਾਨੂੰ ਬਿਜ਼ਨਸ ਦਿਓ, ਤੁਹਾਨੂੰ ਅਸੀਂ 16,000 ਦੇਵਾਂਗੇ। ਇਹ ਬੇਰੁਜ਼ਗਾਰੀ ਨੂੰ ਰੋਜ਼ਗਾਰ ਦੇਣ ਦੇ ਜਿਹੜੇ ਸਰਕਾਰ ਦੇ ਟਕਵਾਂਜੇ ਆ ਉਹ ਇਸ ਤਰੀਕੇ ਨਾਲ ਜਗਜ਼ਾਹਰ ਹੋ ਰਹੇ ਆ ਵੀ ਆਹ ਰੋਜ਼ਗਾਰ ਦੇਣਾ ਤੁਸੀਂ ਰੋਜ਼ਗਾਰ ਮੇਲਾ। ਇਸੇ ਨੂੰ ਲੈ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਰਕਾਰ ਨੂੰ ਇੱਕ ਸ਼ੀਸ਼ਾ ਦਿਖਾਲਿਆ ਵੀ ਭਾਈ ਤੁਹਾਡਾ ਜਨਮ ਦਿਨ ਸਿਰ ਮੱਥੇ ਤੇ ਅਸੀਂ ਮਨਾਵਾਂਗੇ, ਪਰ ਸਾਡੀ ਜਿਹੜੀ ਬੇਰੁਜ਼ਗਾਰੀ ਆ, ਸਾਡੇ ਘਰ ਪਰਿਵਾਰ ਆ, ਅਸੀਂ ਗਾਹਾਂ ਵਿਆਹ ਵੀ ਕਰਾਉਣੇ ਆਪਣੇ, ਅਸੀਂ ਗਾਹਾਂ ਪਰਿਵਾਰ ਵੀ ਸਾਡਾ ਹੋਣਾ ਆ ਵੀ ਅਸੀਂ ਉਹਨਾਂ ਦੀ ਢਿੱਡ ਵੀ ਭਰਨਾ ਆ, ਅਸੀਂ ਆਹ ਡਿਗਰੀਆਂ ਲੈ ਕੇ ਫਿਰਦੇ, ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਤੁਹਾਡੀ 2 ਕਰੋੜ ਦੀ ਨੌਕਰੀ ਦੇਣ ਦੇ ਬਾਅਦ ਜਿਹੜੇ 6 ਸਾਲ ਲੰਘ ਗਏ ਕਿੱਥੇ ਗਏ? ਉਹ ਕਿਸੇ ਨੂੰ ਨੌਕਰੀ ਮਿਲੀ ਨਹੀਂ ਅੱਜ ਤੱਕ। ਉਹ ਉਹਨਾਂ ਨੇ ਇੱਕ ਰੋਸ ਪ੍ਰਗਟਾਉਣ ਦਾ ਤਰੀਕਾ ਸੀਗਾ ਕਿ ਉਹਨਾਂ ਨੇ ਥਾਂ ਤੇ ਸਟਾਲ ਲਾ ਕੇ ਪਕੌੜੇ, ਜੋ ਬ੍ਰੈਡ ਪਕੌੜਾ, ਸਮੋਸਾ ਵਗੈਰਾ ਤਲਿਆ ਜੀ। ਬੇਰੁਜ਼ਗਾਰੀ ਵਿੱਚ ਜਿਹੜਾ ਵਾਧਾ ਆ ਉਹ ਬਹੁਤ ਤੇਜ਼ ਸਪੀਡ ਨਾਲ ਹੋ ਰਿਹਾ ਤੇ ਅੱਜ ਤੋਂ ਨਹੀਂ ਹੋ ਰਿਹਾ, ਬਹੁਤ ਦੇਰ ਤੋਂ ਹੋ ਰਿਹਾ। ਤੇ ਸਰਕਾਰੀ ਜਿਹੜੀਆਂ ਸਾਡੀਆਂ ਸੰਸਥਾਵਾਂ ਆ, ਜਾਂ ਵੱਖ-ਵੱਖ ਮਹਿਕਮੇ ਆ, ਡਿਪਾਰਟਮੈਂਟ ਨੇ ਅਲੱਗ-ਅਲੱਗ, ਉਹਨਾਂ ਵਿੱਚ ਨਵੀਆਂ ਭਰਤੀਆਂ ਹੋ ਨਹੀਂ ਰਹੀਆਂ। ਤੇ ਮੈਨੂੰ ਲੱਗਦਾ ਸਰਕਾਰ ਚਾਹੁੰਦੀ ਵੀ ਨਹੀਂ ਕਿ ਉਹ ਹੁਣ ਸਰਕਾਰੀ ਨੌਕਰੀਆਂ ਦੇਣ, ਪਰ ਕੁਝ ਨਾ ਕੁਝ ਤੇ ਕਰਨਾ ਪਵੇਗਾ। ਕੀ ਇਹਦੇ 'ਚ ਕੀ ਹੋ ਕੀ ਸਕਦਾ? ਚਲੋ ਬੇਰੁਜ਼ਗਾਰੀ ਦਿਵਸ ਨੂੰ ਆਪਾਂ ਛੱਡ ਵੀ, ਬੇਰੁਜ਼ਗਾਰੀ ਵੱਧ ਰਹੀ ਆ ਬਹੁਤ ਜੀ, ਤੁਸੀਂ ਕਿਹਾ, ਪਰ ਸਰਕਾਰ ਕੋਲ ਅੰਕੜਾ ਹੀ ਹੈ ਨਹੀਂ। ਅੰਕੜੇ ਤੇ ਕੰਮ ਕਰਨਾ ਛੱਡ ਦਿੱਤਾ। ਸਰਕਾਰ ਕੋਲ ਬੇਰੁਜ਼ਗਾਰੀ ਦੀ ਦਰ ਦਾ ਅੰਕੜਾ ਹੀ ਹੈ ਨਹੀਂ। ਕਿਉਂ ਹੈ ਨਹੀਂ? ਕਿਉਂਕਿ ਉਹਨਾਂ ਨੇ ਲੁਕੋਤਾ ਜੀ। ਉਹਨਾਂ ਨੇ ਉਹ ਸਟੈਟਿਸਟਿਕਸ ਹੁੰਦੇ ਜਿਹੜੇ ਆ ਬੇਰੁਜ਼ਗਾਰ ਦੇ, ਉਹ ਸਾਲ ਬਾਅਦ, 2 ਸਾਲ ਬਾਅਦ, 3 ਸਾਲ ਬਾਅਦ ਉਹ ਜਾਰੀ ਕਰਦੇ ਆ ਵੀ ਇੰਨੇ ਦੇਸ਼ 'ਚ ਬੇਰੁਜ਼ਗਾਰ ਆ, ਇੰਨੇ ਪੜ੍ਹੇ ਆ, ਇੰਨੇ ਆਇਆ। ਉਹ ਅੰਕੜਾ ਹੀ ਪਿਛਲੇ 5-6 ਸਾਲ ਤੋਂ ਜਾਰੀ ਨਹੀਂ ਕੀਤਾ। ਉਹ ਜੇ ਨਸ਼ਰ ਕਿਤੇ ਹੋ ਜਾਵੇ ਤਾਂ ਉਹਦੀ ਆਪਾਂ ਗਿਣਤੀ ਦੇਖ ਕੇ ਹੀ ਬੰਦਾ ਹੈਰਾਨ ਹੋ ਜਾਊਗਾ ਵੀ ਇੰਨੀ ਦੁਨੀਆ ਬੇਰੁਜ਼ਗਾਰ ਆ। ਉਹ ਤਾਂ ਹੋ ਗਈ ਪੜ੍ਹੇ ਲਿਖਿਆਂ ਦੀ ਗੱਲ। ਲਾਕਡਾਊਨ ਪੀਰੀਅਡ ਦੇ ਵਿੱਚ ਜਿਹੜਾ ਆਮ ਮਜ਼ਦੂਰ ਬੇਰੁਜ਼ਗਾਰ ਹੋਇਆ, ਆਮ ਮਜ਼ਦੂਰ ਤੇ ਜੋ ਬੀਤੀ ਆ, ਜੋ ਉਹਨਾਂ ਦੀ ਹਾਲਤ ਹੋਈ ਘਰ ਦੀ, ਉਹ ਜੇ ਉਹਨਾਂ ਦਾ ਵੀ ਅੰਕੜਾ ਹੈ ਨਹੀਂ ਇਹਨਾਂ ਕੋਲ। ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਜੀ ਕਿੰਨਿਆਂ ਲੋਕਾਂ ਨੂੰ ਪੁਲਿਸ ਨੇ ਹਰਾਸਮੈਂਟ ਕੀਤੀ ਆ, ਕਿੰਨੇ ਬੇਰੁਜ਼ਗਾਰ ਹੋਇਆ, ਕਿੰਨੇ ਨਹੀਂ ਹੋਇਆ। ਉਹ ਲੋਕ ਵਿਚਾਰੇ ਪੈਦਲ 2-2 ਹਜ਼ਾਰ ਕਿਲੋਮੀਟਰ, 1,500 ਕਿਲੋਮੀਟਰ ਪੈਦਲ ਤੁਰ ਕੇ ਵਾਪਸ ਘਰਾਂ ਨੂੰ ਗਏ, ਭੁੱਖੇ ਉੱਥੇ ਮਰੇ। ਮਨਰੇਗਾ ਦਾ ਰੌਲਾ ਪਿਆ ਵੀ ਮਨਰੇਗਾ 'ਚ ਕੰਮ ਮਿਲੂਗਾ, ਪਰ ਉਹਨਾਂ ਨੂੰ ਫਿਰ ਮੁੜ ਕੇ ਆਪਣੇ ਵਾਪਸ ਆਉਣਾ ਪਿਆ ਰੁਜ਼ਗਾਰ ਕਰਕੇ। ਸੋ ਆਹ ਹਾਲ ਹੈ ਜੀ ਰੁਜ਼ਗਾਰ ਦਾ ਦੇਸ਼ ਦੇ ਵਿੱਚ। ਜੀ ਦਰਸ਼ਕੋ, ਅੱਜ ਦਾ ਇਹ ਪ੍ਰੋਗਰਾਮ ਕਿਹੋ ਜਿਹਾ ਰਿਹਾ ਤੁਸੀਂ ਸਾਨੂੰ ਜ਼ਰੂਰ ਦੱਸਿਓ। ਅਗਲੀ ਵਾਰ ਕੁਝ ਹੋਰ ਵਿਚਾਰਾਂ ਨਾਲ ਪੇਸ਼ ਹੋਵਾਂਗੇ ਇਸੇ ਪ੍ਰੋਗਰਾਮ ਵਿੱਚ। ਤਦ ਤੱਕ ਲਈ ਧੰਨਵਾਦ।